ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਇਕੁਲਿਬਰੀਅਮ ਆਊਟਪੁੱਟ ਐਂਡ ਪ੍ਰਾਈਸਿਸ। ਇਹ ਯੂਨਿਟ 6 ਹੈ ਜੋ ਅਸੀਂ ਅੱਜ ਕਰਨਾ ਹੈ। ਅੱਜ ਅਸੀਂ ਇਸ ਦੇ ਵਿੱਚ ਦੇਖਾਂਗੇ ਕਿ ਆਪਣੀ ਇਕੋਨਮੀ ਦੇ ਵਿੱਚ ਜਿਹੜੀ ਇਕੁਲਿਬਰੀਅਮ ਆਊਟਪੁੱਟ ਹੈ ਤੇ ਜਿਹੜੀ ਪ੍ਰਾਈਸਿਸ ਨੇ ਪ੍ਰੋਡਕਟਸ ਦੀਆਂ ਉਹ ਕਿੱਦਾਂ ਫਿਕਸ ਹੁੰਦੀਆਂ ਨੇ। ਮੀਨਸ ਇਕੁਲਿਬਰੀਅਮ ਲੈਵਲ ਆਫ ਜਿਹੜਾ ਪ੍ਰਾਈਸਿਸ ਹੈ ਤੇ ਇਕੁਲਿਬਰੀਅਮ ਲੈਵਲ ਆਫ ਜਿਹੜੀ ਆਊਟਪੁੱਟ ਹੈ ਉਹ ਕਦੋਂ ਹੋਏਗੀ ਆਪਣੀ ਇਕੋਨਮੀ ਦੇ ਵਿੱਚ। ਜਿਵੇਂ ਕਿ ਅਸੀਂ ਦੇਖਿਆ ਹੈ, ਅਸੀਂ ਇਸ ਤੋਂ ਪਹਿਲਾਂ ਜਿਹੜੇ 2 ਯੂਨਿਟ ਸੀ ਉਹਨਾਂ ਦੇ ਵਿੱਚ ਕੀ ਪੜਿਆ ਸੀਗਾ, ਐਗਰੀਗੇਟ ਡਿਮਾਂਡ ਪੜ੍ਹੀ ਸੀਗੀ ਤੇ ਐਗਰੀਗੇਟ ਸਪਲਾਈ ਪੜ੍ਹੀ ਸੀਗੀ। ਤੇ ਅਸੀਂ ਦੇਖਿਆ ਸੀ ਕਿ ਐਗਰੀਗੇਟ ਡਿਮਾਂਡ ਸ਼ੋ ਇਕੁਲਿਬਰੀਅਮ ਕਿਹਦੇ ਵਿੱਚ ਕਰਦੀ ਆ, ਆਪਣੀ ਗੁੱਡਸ ਮਾਰਕੀਟ ਦੇ ਵਿੱਚ। ਠੀਕ ਹੈ ਕਿ ਐਗਰੀਗੇਟ ਡਿਮਾਂਡ ਦੇ ਥਰੂ ਆਪਾਂ ਗੁੱਡਸ ਮਾਰਕੀਟ ਦੇ ਵਿੱਚ ਇਕੁਲਿਬਰੀਅਮ ਨੂੰ ਦੇਖ ਸਕਦੇ ਹਾਂ। ਤੇ ਮੋਨੇਟਰੀ ਮਾਰਕੀਟ ਦੇ ਵਿੱਚ ਅਸੀਂ ਇਕੁਲਿਬਰੀਅਮ ਨੂੰ ਆਈਐਸ ਤੇ ਐਲਐਮ ਕਰਵ, ਮੀਨਸ ਜਿਹੜੀ ਆਪਣੀ ਐਲਐਮ ਕਰਵ ਹੈ ਉਹ ਇਕੁਲਿਬਰੀਅਮ ਦੇ ਵਿੱਚ ਹੁੰਦੀ ਆ, ਜਿੱਥੇ ਕਹਿੰਦੇ ਮਨੀ ਦੀ ਡਿਮਾਂਡ ਤੇ ਮਨੀ ਦੀ ਸਪਲਾਈ ਹੈ ਜਿਹੜੀ ਮਨੀ ਮਾਰਕੀਟ ਦੇ ਵਿੱਚ ਇਕੁਲਿਬਰੀਅਮ ਦੀ ਪੋਜੀਸ਼ਨ ਤੇ ਹੁੰਦੀ ਆ। ਤੇ ਮੋਨੇਟਰੀ ਮਾਰਕੀਟ ਦੇ ਵਿੱਚ ਆਪਾਂ ਆਈਐਸ ਤੇ ਐਲਐਮ ਮਾਡਲ ਦੇ ਥਰੂ ਕੀ ਹੈ ਇਕੁਲਿਬਰੀਅਮ ਦੀ ਪੋਜੀਸ਼ਨ ਦੇਖਦੇ ਹਾਂ। ਤੇ ਉਸ ਤੋਂ ਬਾਅਦ ਅਸੀਂ ਐਗਰੀਗੇਟ ਸਪਲਾਈ ਦੇ ਬਾਰੇ ਪੜ੍ਹਿਆ ਸੀਗਾ, ਜਿਵੇਂ ਕਿ ਐਗਰੀਗੇਟ ਸਪਲਾਈ ਕੀ ਹੁੰਦੀ ਹੈ, ਜਿਹੜੀ ਟੋਟਲ ਗੁੱਡਸ ਦੀ ਇਕੋਨਮੀ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਹੈ, ਜੋ ਮੈਕਸਿਮਮ ਆਊਟਪੁੱਟ ਹੁੰਦੀ ਹੈ, ਟੋਟਲ ਆਊਟਪੁੱਟ ਹੁੰਦੀ ਹੈ, ਦੈਟ ਇਜ਼ ਕਾਲਡ ਟੋਟਲ ਸਪਲਾਈ। ਤਾਂ ਅਗਰ ਟੋਟਲ ਸਪਲਾਈ ਦੇ ਨਾਲ ਆਪਾਂ ਨੇ ਰਿਲੇਸ਼ਨ ਦੇਖਿਆ ਕਿ ਸਪਲਾਈ ਹੈ ਜਿਹੜੀ ਉਹ ਕਿਸ ਚੀਜ਼ ਨੂੰ ਦੱਸਦੀ ਹੈ, ਪ੍ਰਾਈਸ ਐਂਡ ਆਊਟਪੁੱਟ ਦੇ ਰਿਲੇਸ਼ਨ ਨੂੰ ਦੱਸਦੀ ਆ ਕਿ ਕਿਸ ਤਰ੍ਹਾਂ ਪ੍ਰਾਈਸ ਤੇ ਆਊਟਪੁੱਟ ਦੇ ਵਿੱਚ ਕੀ ਹੁੰਦਾ, ਪੋਜ਼ਿਟਿਵ ਰਿਲੇਸ਼ਨਸ਼ਿਪ ਹੁੰਦਾ। ਜਿਵੇਂ ਕਿ ਪ੍ਰਾਈਸਿਸ ਇਨਕਰੀਜ਼, ਸਪਲਾਈ ਵੀ ਇਨਕਰੀਜ਼ ਹੁੰਦੀ ਹੈ ਗੁੱਡਸ ਐਂਡ ਗੁੱਡਸ ਦੀ, ਠੀਕ ਹੈ, ਪ੍ਰੋਡਕਸ਼ਨ ਦੀ। ਤੇ ਉਸ ਤੋਂ ਬਾਅਦ ਆਪਾਂ ਨੇ ਅੱਜ ਦੇਖਣਾ ਇਕੁਲਿਬਰੀਅਮ ਦੀ ਪੋਜੀਸ਼ਨ ਕਿ ਕਿੱਥੇ, ਜਿੱਥੇ ਆਪਣੀ ਐਗਰੀਗੇਟ ਡਿਮਾਂਡ ਇਕੁਅਲ ਟੂ ਐਗਰੀਗੇਟ ਸਪਲਾਈ ਹੋਏਗੀ, ਉੱਥੇ ਆਪਣੀ ਇਕੋਨਮੀ ਦੇ ਵਿੱਚ ਇਕੁਲਿਬਰੀਅਮ ਦੀ ਪੋਜੀਸ਼ਨ ਹੋਏਗੀ। ਇਕੁਲਿਬਰੀਅਮ ਜਿਹੜੀ ਆਊਟਪੁੱਟ ਹੈ ਉਹ ਕੀਤੀ ਜਾਏਗੀ ਤੇ ਇਕੁਲਿਬਰੀਅਮ ਪ੍ਰਾਈਸਿਸ ਕੀ ਹੋਣਗੇ, ਫਿਕਸ ਹੋਣਗੇ। ਤਾਂ ਕਹਿੰਦੇ ਏਡੀ ਤੇ ਐਸ ਕਰਵਸ ਨੂੰ ਕਹਿੰਦੇ ਦੇਖਿਆ ਜਾਂਦਾ ਇਕੁਲਿਬਰੀਅਮ ਦੀ ਪੋਜੀਸ਼ਨ ਦੇ ਲਈ। ਤੇ ਉਸ ਤੋਂ ਬਾਅਦ ਕਹਿੰਦੇ ਕੀ ਆ, ਜਿਹੜੀ ਇਕੁਲਿਬਰੀਅਮ ਆਊਟਪੁੱਟ ਹੁੰਦੀ ਹੈ ਉਹਨੂੰ ਵਾਈ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ ਤੇ ਜਿਹੜੀ ਇਕੁਲਿਬਰੀਅਮ ਪ੍ਰਾਈਸ ਹੁੰਦੀ ਹੈ ਉਹਨੂੰ ਪੀ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਤਾਂ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਪਾਂ ਨੇ ਇਸ ਟੌਪਿਕ ਦੇ ਵਿੱਚ ਸਭ ਤੋਂ ਪਹਿਲਾਂ ਦੇਖਣਾ ਹੈ ਸ਼ਾਰਟ ਰਨ ਇਕੁਲਿਬਰੀਅਮ ਐਂਡ ਲੌਂਗ ਰਨ ਇਕੁਲਿਬਰੀਅਮ। ਕਿ 3 ਟਾਈਮ ਪੀਰੀਅਡਸ ਹੁੰਦੇ ਨੇ ਜੋ ਆਪਾਂ ਨੇ ਪਹਿਲਾਂ ਦੇਖੇ ਸੀਗੇ, ਸ਼ਾਰਟ, ਮੀਡੀਅਮ ਐਂਡ ਲੌਂਗ। ਤੇ ਮੋਸਟਲੀ ਕਹਿੰਦੇ 2 ਟਾਈਮ ਪੀਰੀਅਡਸ ਦੇ ਵਿੱਚ ਇਕੋਨਮੀ ਵਰਕ ਕਰਦੀ ਹੈ, ਸ਼ਾਰਟ ਰਨ ਐਂਡ ਲੌਂਗ ਰਨ। ਤਾਂ ਆਪਾਂ ਇਹਦੇ ਦੋਨੋਂ ਦੇ ਵਿੱਚ ਇਕੁਲਿਬਰੀਅਮ ਦੀ ਪੋਜੀਸ਼ਨ ਨੂੰ ਦੇਖਾਂਗੇ। ਉਸ ਤੋਂ ਬਾਅਦ ਆਪਾਂ ਦੇਖਾਂਗੇ ਜਿਹੜਾ ਹੈ ਇੰਪੈਕਟ ਆਫ ਫਿਜ਼ੀਕਲ ਐਂਡ ਮੋਨੇਟਰੀ ਪਾਲਿਸੀ, ਕਿਉਂਕਿ ਜਿਹੜੀ ਐਗਰੀਗੇਟ ਡਿਮਾਂਡ ਹੈ ਤੇ ਐਗਰੀਗੇਟ ਸਪਲਾਈ ਹੈ, ਇਹਨੂੰ ਫਿਜ਼ੀਕਲ ਤੇ ਮੋਨੇਟਰੀ ਪਾਲਿਸੀ ਹੈ ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਜ਼ ਨੇ ਉਹ ਬਹੁਤ ਜ਼ਿਆਦਾ ਅਫੈਕਟ ਕਰਦੀਆਂ ਨੇ। ਤਾਂ ਕਿਸ ਤਰ੍ਹਾਂ ਇਕੁਲਿਬਰੀਅਮ ਦੀ ਪੋਜੀਸ਼ਨ ਚੇਂਜ ਹੋਏਗੀ ਤੇ ਇਸ ਨਾਲ ਆਊਟਪੁੱਟ ਤੇ ਪ੍ਰਾਈਸਿਸ ਤੇ ਕੀ ਇਫੈਕਟ ਪਏਗਾ। ਉਸ ਤੋਂ ਬਾਅਦ ਪੜਾਂਗੇ ਆਪਾਂ ਸਪਲਾਈ ਸ਼ੌਕ ਐਂਡ ਡਿਮਾਂਡ ਸ਼ੌਕ। ਵਾਟ ਇਜ਼ ਸਪਲਾਈ ਸ਼ੌਕ ਐਂਡ ਡਿਮਾਂਡ ਸ਼ੌਕ? ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ ਦੇ ਥਰੂ ਕਹਿੰਦੇ ਇਕੁਲਿਬਰੀਅਮ ਆਊਟਪੁੱਟ ਐਂਡ ਪ੍ਰਾਈਸਿਸ ਨੇ ਜਿਹੜੇ ਉਹ ਫਿਕਸ ਹੁੰਦੇ ਨੇ। ਤਾਂ ਆਪਾਂ ਸਰਟੇਨਸ ਕਹਿੰਦੇ ਐਗਜ਼ਾਮਪਲਸ ਦੇ ਥਰੂ ਪੜਾਂਗੇ। ਤਾਂ ਏਐਸ ਕਰਵਸ ਜਿਵੇਂ ਆਪਾਂ ਨੇ ਦੇਖਿਆ ਸੀਗਾ, ਐਗਰੀਗੇਟ ਜਿਹੜੀ ਸਪਲਾਈ ਕਰਵ ਸੀ, ਇਸ ਤੋਂ ਪਹਿਲਾਂ ਵਾਲਾ ਜਿਹੜਾ ਆਪਣਾ ਟੌਪਿਕ ਕੀਤਾ ਸੀ, ਤਾਂ ਐਗਰੀਗੇਟ ਸਪਲਾਈ ਕਰਵ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੀ ਐਗਰੀਗੇਟ ਸਪਲਾਈ ਆ ਤਾਂ ਕੇਨਜ਼ੀਅਨ ਵੀ ਦੇਖੇ ਸੀ ਆਪਾਂ ਨੇ। ਤੇ ਉਸ ਤੋਂ ਬਾਅਦ ਕੇਨਜ਼ੀਅਨ ਐਗਰੀਗੇਟ ਸਪਲਾਈ ਕਰਵ ਦੇਖੀ ਸੀ, ਕਲਾਸੀਕਲ ਐਗਰੀਗੇਟ ਸਪਲਾਈ ਕਰਵ ਦੇਖੀ ਸੀ। ਆਪਾਂ ਨੂੰ ਉਸ ਤੋਂ ਇਹ ਪਤਾ ਲੱਗਿਆ ਸੀ ਕਿ ਐਗਰੀਗੇਟ ਸਪਲਾਈ ਹੈ ਜਿਹੜੀ ਇਹ 3 ਟਾਈਮ ਪੀਰੀਅਡਸ ਦੇ ਵਿੱਚ ਡਿਵਾਈਡ ਆ। ਇੱਕ ਆਪਾਂ ਨੇ ਸ਼ਾਰਟ ਰਨ ਪੀਰੀਅਡ ਦੇਖਿਆ ਸੀ, ਉਸ ਤੋਂ ਬਾਅਦ ਆਪਾਂ ਨੇ ਮੀਡੀਅਮ ਰਨ ਪੀਰੀਅਡ ਦੇਖਿਆ ਸੀ, ਉਸ ਤੋਂ ਬਾਅਦ ਆਪਾਂ ਨੇ ਲੌਂਗ ਰਨ ਪੀਰੀਅਡ ਦੇਖਿਆ ਸੀ। ਤਾਂ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਸ਼ਾਰਟ ਰਨ ਦੇ ਵਿੱਚ ਕੇਨਸ ਨੇ ਬੋਲਿਆ ਸੀਗਾ ਕਿ ਆਪਣੀ ਜਿਹੜੀ ਪੋਟੈਂਸ਼ੀਅਲ ਪ੍ਰੋਡਕਸ਼ਨ ਕਪੈਸਿਟੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ, ਲੇਕਿਨ ਐਕਚੁਅਲ ਪ੍ਰੋਡਕਸ਼ਨ ਆਪਾਂ ਕੀ ਕਰਦੇ ਹਾਂ, ਘੱਟ ਕਰਦੇ ਹਾਂ। ਤੇ ਅਗਰ ਕਹਿੰਦੇ ਐਗਰੀਗੇਟ ਡਿਮਾਂਡ ਡਿਕਰੀਜ਼ ਹੁੰਦੀ ਹੈ ਤਾਂ ਆਪਾਂ ਐਗਰੀਗੇਟ ਸਪਲਾਈ ਵੀ ਇਨਕਰੀਜ਼ ਕਰ ਦਿੰਦੇ ਹਾਂ ਸ਼ਾਰਟ ਰਨ ਦੇ ਵਿੱਚ, ਜਿਸ ਦਾ ਪ੍ਰਾਈਸਿਸ ਤੇ ਕੋਈ ਇਫੈਕਟ ਨਹੀਂ ਪੈਂਦਾ। ਤੇ ਉਸ ਤੋਂ ਬਾਅਦ ਮੀਡੀਅਮ ਰਨ ਦੇ ਵਿੱਚ ਕਹਿੰਦੇ ਕੀ ਬੋਲਿਆ ਗਿਆ ਸੀਗਾ ਕਿ ਆਪਾਂ ਜਦੋਂ ਆਪਣੀ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਹੈ, ਐਗਰੀਗੇਟ ਸਪਲਾਈ ਵੀ ਇਨਕਰੀਜ਼ ਹੁੰਦੀ ਆ। ਤਾਂ ਇਹਦੇ ਵਿੱਚ ਕਿਉਂਕਿ ਮੀਡੀਅਮ ਟਰਮ 5 to 10 ਇਅਰਸ ਦੇ ਵਿੱਚ ਆਪਾਂ ਜਿਹੜੇ ਫਿਕਸਡ ਰਿਸੋਰਸਿਸ ਹੁੰਦੇ ਨੇ ਉਹਨਾਂ ਨੂੰ ਇਨਕਰੀਜ਼ ਕਰਨਾ ਸਟਾਰਟ ਕਰ ਦਿੰਦੇ ਆ। ਤਾਂ ਕਹਿੰਦੇ ਆਪਣੀ ਆਊਟਪੁੱਟ ਸਪਲਾਈ ਵੀ ਇਨਕਰੀਜ਼ ਹੋਏਗੀ ਤੇ ਨਾਲ ਨਾਲ ਪ੍ਰਾਈਸਿਸ ਵੀ ਹਾਈ ਹੋਣਗੀਆਂ। ਤਾਂ ਸ਼ਾਰਟ ਰਨ ਦੇ ਵਿੱਚ ਆਪਾਂ ਨੇ ਦੇਖਿਆ ਸੀ ਜਿਹੜੀ ਇਹ ਆਪਣੀ ਏਐਸ ਕਰਵ ਹੈ ਉਹ ਐਕਸ ਐਕਸਿਸ ਦੇ ਪੈਰਲਲ ਹੁੰਦੀ ਸੀ, ਜਿਹਦੇ ਥਰੂ ਆਪਣਾ ਸਿਰਫ ਕੁਆਂਟੀਟੀ ਸਪਲਾਈ ਇਨਕਰੀਜ਼ ਹੁੰਦੀ ਸੀ, ਪ੍ਰਾਈਸ ਤੇ ਕੋਈ ਇਫੈਕਟ ਨਹੀਂ ਸੀ ਪੈਂਦਾ। ਲੇਕਿਨ ਉਸ ਤੋਂ ਬਾਅਦ ਮੀਡੀਅਮ ਰਨ ਇਹ ਐਗਰੀਗੇਟ ਸਪਲਾਈ ਦੇ ਵਿੱਚ ਜਿਹੜੀ ਆਪਣੀ ਏਐਸ ਕਰਵ ਸੀ ਇਹ ਲੈਫਟ ਰਾਈਟ ਅਪਵਰਡ ਸੀ, ਜੋ ਸਾਨੂੰ ਪੋਜ਼ਿਟਿਵ ਰਿਲੇਸ਼ਨਸ਼ਿਪ ਦੱਸ ਰਹੀ ਸੀ। ਠੀਕ ਹੈ ਕਿ ਐਗਰੀਗੇਟ ਡਿਮਾਂਡ ਦੇ ਥਰੂ ਸਪਲਾਈ ਵੀ ਵਧੇਗੀ ਤੇ ਪ੍ਰਾਈਸ ਵੀ ਵਧੇਗਾ। ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕਲਾਸੀਕਲ ਐਗਰੀਗੇਟ ਸਪਲਾਈ ਕਰਵ ਸੀ ਉਹ ਸਾਨੂੰ ਕੀ ਦੱਸਦੀ ਸੀ ਕਿ ਕਲਾਸੀਕਲ ਜਿਹੜੀ ਐਗਰੀਗੇਟ ਸਪਲਾਈ ਕਰਵ ਕੀ ਆ, ਜਿਹੜਾ ਆਪਣੇ ਲੌਂਗ ਰਨ ਸਪਲਾਈ ਕਰਵ ਬੋਲਦੇ ਆ ਉਹ ਵਾਈ ਐਕਸਿਸ ਦੇ ਪੈਰਲਲ ਹੈ। ਮਤਲਬ ਕਲਾਸੀਕਲ ਇਕੋਨੋਮਿਸਟ ਨੇ ਬੋਲਿਆ ਸੀ ਕਿ ਆਪਣੀ ਇਕੋਨਮੀ ਦੇ ਵਿੱਚ ਅਗਰ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੈ ਤਾਂ ਆਪਾਂ
ਐਡਜਸਟਿੰਗ ਜਿਹੜੀ ਪ੍ਰੋਡਕਸ਼ਨ ਆ ਉਹ ਕਰਦੇ ਆ, ਉੱਥੇ ਤੱਕ ਹੀ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਆ, ਉਸ ਤੋਂ ਬਾਅਦ ਆਪਣੀ ਪ੍ਰੋਡਕਸ਼ਨ ਇਕੋਨਮੀ ਦੇ ਵਿੱਚ ਇਨਕਰੀਜ਼ ਨਹੀਂ ਕਰ ਸਕਦੇ। ਠੀਕ ਹੈ, ਕਿਉਂਕਿ ਫੁੱਲ ਇੰਪਲਾਇਮੈਂਟ ਆ, ਲੇਬਰ ਦੀ ਡਿਮਾਂਡ ਲੇਬਰ ਦੀ ਸਪਲਾਈ ਦੇ ਇਕੁਅਲ ਹੈ। ਠੀਕ ਹੈ, ਤੇ ਉਹਨਾਂ ਦੀ ਜਿਹੜੀ ਆਪਣੀ ਐਗਰੀਗੇਟ ਸਪਲਾਈ ਕਰ ਸੀ ਕਲਾਸੀਕਲ ਸੀ, ਉਹ ਵਾਈ ਐਕਸਿਸ ਦੇ ਪੈਰਲਲ ਸੀ, ਜੋ ਸਾਨੂੰ ਇਹ ਸ਼ੋ ਕਰਦੀ ਸੀ ਕਿ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਹੈ ਤਾਂ ਉਹਦੇ ਥਰੂ ਐਗਰੀਗੇਟ ਸਪਲਾਈ ਤੇ ਕੋਈ ਵੀ ਇਫੈਕਟ ਨਹੀਂ ਪਏਗਾ, ਕਿਉਂਕਿ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਹੈ, ਉਸ ਲੈਵਲ ਤੇ ਪ੍ਰੋਡਕਸ਼ਨ ਹੋ ਰਹੀ ਹੈ। ਸਿਰਫ ਕਹਿੰਦੇ ਐਗਰੀਗੇਟ ਸਪਲਾਈ ਕਾਂਸਟੈਂਟ ਰਹੇਗੀ, ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਸਿਰਫ ਕੀ ਹੋਣਗੀਆਂ, ਪ੍ਰਾਈਸਿਸ ਹੀ ਇਨਕਰੀਜ਼ ਹੋਣਗੀਆਂ। ਤਾਂ ਇਹ 3 ਟਾਈਮ ਪੀਰੀਅਡਸ ਨੇ ਜਿਹੜੇ ਆਪਾਂ ਨੇ ਇਹ ਦੇਖੇ ਸੀਗੇ। ਤਾਂ ਉਹਨਾਂ ਨੇ ਦੇਖਿਆ ਸੀਗਾ ਕਿ ਕਲਾਸੀਕਲਸ ਦੇ ਵਿਊ ਸੀਗੇ ਕਿ ਲੌਂਗ ਰਨ ਦੇ ਵਿੱਚ ਐਗਰੀਗੇਟ ਸਪਲਾਈ ਕਰਵ ਵਰਟੀਕਲ ਹੁੰਦੀ ਹੈ, ਐਂਡ ਕੇਨਸ ਦੇ ਵਿਊ ਸੀਗੇ ਕਿ ਸ਼ਾਰਟ ਰਨ ਦੇ ਵਿੱਚ ਐਗਰੀਗੇਟ ਸਪਲਾਈ ਕਰਵ ਜਿਹੜੀ ਉਹ ਹੌਰੀਜ਼ੌਂਟਲ ਹੁੰਦੀ ਹੈ, ਐਂਡ ਮੀਡੀਅਮ ਰਨ ਦੇ ਵਿੱਚ ਲੈਫਟ ਰਾਈਟ ਕੀ ਹੁੰਦੀ ਹੈ, ਅਪਵਰਡ ਹੁੰਦੀ ਹੈ ਸਪਲਾਈ ਕਰਵ। ਤਾਂ ਕਹਿੰਦੇ ਇਕੋਨੋਮਿਸਟ ਮੇਨਟੇਨ ਦੈਟ ਏਐਸ ਕਰਵ ਇਜ਼ ਨਾਟ ਕੰਪਲੀਟਲੀ ਫਲੈਟ। ਤਾਂ ਉਹਨਾਂ ਨੇ ਬੋਲਿਆ ਕਿ ਇਹ ਕੰਪਲੀਟਲੀ ਫਲੈਟ ਵੀ ਨਹੀਂ ਹੋਏਗੀ, ਕੰਪਲੀਟਲੀ ਵਰਟੀਕਲ ਵੀ ਨਹੀਂ ਹੋਏਗੀ। ਤਦ ਕਹਿੰਦੇ ਇਕੋਨੋਮਿਸਟ ਨੇ ਕੀ ਕਿਹਾ ਹੈ, ਪ੍ਰਾਈਸ ਲੈਵਲ ਤੇ ਆਊਟਪੁੱਟ ਨੂੰ ਦੇਖਣ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਸਮ ਇਨਕਰੀਜ਼ ਇਨ ਪ੍ਰਾਈਸ ਲੈਵਲਸ ਵੈਨੇਵਰ ਦਾ ਐਗਰੀਗੇਟ ਡਿਮਾਂਡ ਇਨਕਰੀਜ਼ਸ। ਕਹਿੰਦੇ ਜਦੋਂ ਐਗਰੀਗੇਟ ਡਿਮਾਂਡ ਇਨਕਰੀਜ਼ਸ ਹੁੰਦੀ ਆ, ਪ੍ਰਾਈਸਿਸ ਵੀ ਇਨਕਰੀਜ਼ ਹੁੰਦੇ ਨੇ। ਤਾਂ 2 ਸੈਨਾਰੀਓ ਨੇ ਜਿਹੜੇ ਐਗਰੀਗੇਟ ਸਪਲਾਈ ਦੇ ਲਈ ਉਹਨਾਂ ਨੇ ਦੇਖੇ ਨੇ, 2 ਪੋਜੀਸ਼ਨਸ। ਫਸਟ ਕਹਿੰਦੇ ਇਨ ਦਾ ਸ਼ਾਰਟ ਰਨ ਐਂਡ ਮੀਡੀਅਮ ਰਨ, ਕਹਿੰਦੇ ਸ਼ਾਰਟ ਰਨ ਤੇ ਮੀਡੀਅਮ ਰਨ ਜਿਹਦੇ ਵਿੱਚ ਆਪਾਂ ਆਪਣੀ ਪ੍ਰੋਡਕਸ਼ਨਸ ਨੂੰ ਵਿਦ ਦਾ ਹੈਲਪ ਆਫ ਫਿਕਸਡ ਫੈਕਟਰਸ ਇਨਕਰੀਜ਼ ਕਰ ਸਕਦੇ ਤੇ ਜਿਹਦੇ ਥਰੂ ਪ੍ਰਾਈਸਿਸ ਵੀ ਕੀ ਹੋਣਗੇ, ਇਨਕਰੀਜ਼ ਹੋਣਗੇ। ਤਾਂ ਮੀਡੀਅਮ ਤੇ ਸ਼ਾਰਟ ਰਨ ਦੀ ਜਿਹੜੀ ਆਪਣੀ ਸਲੋਪ ਹੈ ਇਸ ਕਰਵ ਦੀ, ਕੀ ਹੋਏਗੀ, ਲੈਫਟ ਰਾਈਟ ਅਪਵਰਡ ਹੋਏਗੀ। ਤੇ ਉਸ ਤੋਂ ਬਾਅਦ ਸੈਕੰਡ ਟਾਈਮ ਪੀਰੀਅਡ ਹੈ ਦੈਟ ਇਜ਼ ਆ ਲੌਂਗ ਰਨ ਪੀਰੀਅਡ। ਤਾਂ ਲੌਂਗ ਰਨ ਦੇ ਵਿੱਚ ਜਿਹੜੀ ਆਪਣੀ ਐਗਰੀਗੇਟ ਸਪਲਾਈ ਕਰਵ ਆ ਉਹ ਕੀ ਹੁੰਦੀ ਆ, ਵਰਟੀਕਲ ਹੁੰਦੀ ਆ, ਮੀਨਸ ਵਾਈ ਐਕਸਿਸ ਦੇ ਪੈਰਲਲ ਹੁੰਦੀ ਆ। ਠੀਕ ਹੈ, ਤੇ ਸ਼ਾਰਟ ਰਨ ਦੇ ਵਿੱਚ ਹੌਰੀਜ਼ੌਂਟਲ ਹੁੰਦੀ ਆ। ਤਾਂ ਸ਼ਾਰਟ ਰਨ ਤਾਂ ਮੋਸਟਲੀ ਆਪਾਂ 2 ਟਾਈਮ ਪੀਰੀਅਡਸ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਦੇਖਾਂਗੇ। ਫਸਟ ਇਜ਼ ਦਾ ਸ਼ਾਰਟ ਰਨ ਪੀਰੀਅਡ ਐਂਡ ਸੈਕੰਡ ਇਜ਼ ਅ ਲੌਂਗ ਰਨ ਪੀਰੀਅਡ। ਤਾਂ ਸ਼ਾਰਟ ਰਨ ਦੇ ਵਿੱਚ ਜੋ ਆਪਾਂ ਇਕੁਇਲਿਬਰੀਅਮ ਦੇਖਾਂਗੇ ਉਹਨੂੰ ਆਪਾਂ ਸ਼ਾਰਟ ਰਨ ਇਕੁਇਲਿਬਰੀਅਮ ਕਹਿੰਦੇ ਆ, ਐਂਡ ਲੌਂਗ ਰਨ ਦੇ ਵਿੱਚ ਜੋ ਇਕੁਇਲਿਬਰੀਅਮ ਦੇਖਾਂਗੇ ਉਹਨੂੰ ਆਪਾਂ ਲੌਂਗ ਰਨ ਇਕੁਇਲਿਬਰੀਅਮ ਕਹਿੰਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਇਕੋਨਮੀ ਦੇ ਵਿੱਚ ਸ਼ਾਰਟ ਰਨ ਇਕੁਇਲਿਬਰੀਅਮ ਦੇਖਦੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਕਿਸ ਤਰ੍ਹਾਂ ਹੋਏਗੀ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਕੁਇਲਿਬਰੀਅਮ ਸਮਝਣਾ ਜ਼ਰੂਰੀ ਹੈ। ਕਹਿੰਦੇ ਇਕੁਇਲਿਬਰੀਅਮ ਇਜ਼ ਅਚੀਵਡ, ਇਕੁਇਲਿਬਰੀਅਮ ਕਹਿੰਦੇ ਉੱਥੇ ਅਚੀਵ ਕੀਤਾ ਜਾਂਦਾ ਇਕੋਨਮੀ ਦੇ ਵਿੱਚ ਜਿੱਥੇ ਐਗਰੀਗੇਟ ਸਪਲਾਈ ਇਕੁਅਲ ਟੂ ਐਗਰੀਗੇਟ ਡਿਮਾਂਡ ਹੁੰਦੀ ਹੈ, ਮੀਨਸ ਟੋਟਲ ਸਪਲਾਈ ਟੋਟਲ ਡਿਮਾਂਡ ਦੇ ਜਿੱਥੇ ਇਕੁਅਲ ਹੁੰਦੀ ਆ, ਉੱਥੇ ਆਪਣੀ ਇਕੋਨਮੀ ਦੇ ਵਿੱਚ ਇਕੁਇਲਿਬਰੀਅਮ ਦੀ ਪੋਜੀਸ਼ਨ ਹੁੰਦੀ ਆ। ਉੱਥੇ ਕਹਿੰਦੇ ਆਊਟਪੁੱਟ ਹੈ ਜਿਹੜੀ ਤੇ ਪ੍ਰਾਈਸ ਹੈ ਜਿਹੜਾ ਉਹ ਕੀ ਹੈ, ਫਿਕਸ ਕੀਤਾ ਜਾਂਦਾ ਹੈ। ਤਾਂ ਕਹਿੰਦੇ ਇੱਥੇ ਆਪਾਂ 2 ਟਾਈਮ ਪੀਰੀਅਡਸ ਦੇ ਵਿੱਚ ਗੱਲ ਕਰ ਰਹੇ ਹਾਂ, ਸ਼ਾਰਟ ਰਨ ਤੇ ਲੌਂਗ ਰਨ ਦੇ ਵਿੱਚ ਇਕੁਇਲਿਬਰੀਅਮ ਦੀ। ਤਾਂ ਇੱਥੇ ਸਭ ਤੋਂ ਪਹਿਲਾਂ ਸ਼ਾਰਟ ਰਨ ਇਕੁਇਲਿਬਰੀਅਮ ਕਰਾਂਗੇ। ਤਾਂ ਸ਼ਾਰਟ ਰਨ ਇਕੁਇਲਿਬਰੀਅਮ ਕਹਿੰਦੇ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਡਾਇਗਰਾਮਸ ਦੇ ਵਿੱਚ ਕਿ ਸ਼ਾਰਟ ਰਨ ਇਕੁਇਲਿਬਰੀਅਮ ਵਾਲੀ ਕਰਵ ਕੀ ਹੈ, SRAS, ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ। ਜਿਹੜੀ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ SRAS ਹੈ, ਐਂਡ ਐਗਰੀਗੇਟ ਡਿਮਾਂਡ ਕਰਵ AD ਹੈ, ਕਿਉਂਕਿ ਸਪਲਾਈ ਤੇ ਜਿੱਥੇ ਡਿਮਾਂਡ ਇੱਕ ਦੂਸਰੇ ਨੂੰ ਇੰਟਰਸੈਕਟ ਕਰ ਰਹੇ ਨੇ, ਦੈਟ ਇਜ਼ ਅ ਪੁਆਇੰਟ ਆਫ ਇਕੁਇਲਿਬਰੀਅਮ। ਤਾਂ ਕਹਿੰਦੇ ਤੁਸੀਂ ਅੱਗੇ ਦੇਖ ਸਕਦੇ ਹੋ ਫਸਟ ਪੈਨਲ A ਦੇ ਵਿੱਚ ਉਹ ਐਕਸਿਸ ਤੇ ਆਊਟਪੁੱਟ ਐਂਡ ਇਨਕਮ ਲਿੱਤੀ ਹੋਈ ਹੈ, ਉਹ ਵਾਈ ਤੇ ਪ੍ਰਾਈਸ ਲਿੱਤਾ ਹੋਇਆ ਹੈ। AD is the aggregate supply curve and SRAS is the short run aggregate supply curve। ਤਾਂ ਇਕੁਇਲਿਬਰੀਅਮ ਆਊਟਪੁੱਟ ਐਂਡ ਪ੍ਰਾਈਸ ਲੈਵਲ ਇੱਥੇ ਕਿੰਨਾ ਮੇਨਟੇਨ ਹੋਏਗਾ, ਜਿੱਥੇ ਕਹਿੰਦੇ SRAS ਸ਼ਾਰਟ ਰਨ ਦੀ ਐਗਰੀਗੇਟ ਸਪਲਾਈ ਕਰਵ ਐਗਰੀਗੇਟ ਡਿਮਾਂਡ ਕਰਵ ਨੂੰ ਇੰਟਰਸੈਕਟ ਕਰੇਗੀ with a point of E। ਤਾਂ E is the equilibrium point, ਇਕੋਨਮੀ ਇੱਥੇ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ ਸ਼ਾਰਟ ਰਨ ਦੇ ਵਿੱਚ। ਠੀਕ ਹੈ, ਜਿੱਥੇ ਕਹਿੰਦੇ ਕੀ ਆ ਆਪਣੀ ਜਿਹੜੀ ਪ੍ਰਾਈਸ ਹੈ ਉਹ P1 ਫਿਕਸ ਹੋਈ ਹੈ ਤੇ ਜਿਹੜੀ ਆਊਟਪੁੱਟ ਹੈ ਉਹ ਕਿੰਨੀ ਹੈ, ਉਹ Y1 ਹੈ। ਤਾਂ ਮੰਨ ਲਓ ਕਹਿੰਦੇ LRAS ਕਰਵ ਹੈ ਜਿਹੜੀ ਲੌਂਗ ਰਨ ਐਗਰੀਗੇਟ ਸਪਲਾਈ ਕਰਵ, ਉਹ ਕੀ ਆਪਣੀ ਇੱਥੇ ਵਰਟੀਕਲ ਹੈ, ਵਾਈ ਐਕਸਿਸ ਤੇ ਪੈਰਲਲ ਹੈ, ਜੋ ਕੀ ਸ਼ੋ ਕਰ ਰਹੀ ਹੈ ਕਿ ਜਿਹੜੀ ਆਪਣੀ ਸਪਲਾਈ ਹੈ ਲੌਂਗ ਰਨ ਦੇ ਵਿੱਚ ਉਹ ਕਾਂਸਟੈਂਟ ਹੈ, ਕਿਉਂਕਿ ਇਕੋਨਮੀ ਦੇ ਵਿੱਚ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਹੈ ਉਹ AD ਕਰਵ ਨੂੰ F ਪੁਆਇੰਟ ਤੇ ਕੱਟ ਕਰਦੀ ਹੈ। ਤਾਂ F ਇਜ਼ ਦਾ ਇਕੁਇਲਿਬਰੀਅਮ ਪੁਆਇੰਟ ਇਨ ਅ ਲੌਂਗ ਰਨ, ਜੋ ਸਾਨੂੰ ਸ਼ੋ ਕਰ ਰਿਹਾ ਹੈ ਇਕੁਇਲਿਬਰੀਅਮ ਪ੍ਰਾਈਸ ਕਿੰਨਾ ਹੈ P ਸਟਾਰ ਐਂਡ ਇਕੁਇਲਿਬਰੀਅਮ ਆਊਟਪੁੱਟ ਕਿੰਨੀ ਹੈ Y ਸਟਾਰ।
in the economy ਕਹਿੰਦੇ ਇਹਦੇ ਥਰੂ ਸਾਨੂੰ ਪਤਾ ਲੱਗਦਾ ਹੈ ਕਿ adjusting capacity in the economy it means economy will move towards the long run equilibrium output over time ਤਾਂ ਇਹਦੇ ਵਿੱਚ ਟ੍ਰਾਂਜੈਕਸ਼ਨਸ ਆਪਾਂ ਕੀ ਆ ਦੇਖਦੇ ਹਾਂ ਕਿ ਸ਼ਾਰਟ ਰਨ ਦੇ ਵਿੱਚ ਆਪਣੀ ਜਿਹੜੀ ਆਊਟਪੁੱਟ ਹੈ ਘੱਟ ਹੋ ਰਹੀ ਹੈ ਪ੍ਰਾਈਸ ਆਪਣੇ ਜ਼ਿਆਦਾ ਨੇ ਲੇਕਿਨ ਅਗਰ ਆਪਾਂ ਲੌਂਗ ਰਨ ਦੀ ਗੱਲ ਕਰੀਏ ਤਾਂ ਲੌਂਗ ਰਨ ਦੇ ਵਿੱਚ ਆਪਣੀ ਆਊਟਪੁੱਟ ਹੈ ਜਿਹੜੀ ਉਹ ਇਨਕਰੀਜ਼ ਹੋਏਗੀ ਤੇ ਪ੍ਰਾਈਸਿਸ ਆਪਣੇ ਡਿਕਰੀਜ਼ ਹੋਣਗੇ ਤਾਂ ਇਹਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਸ਼ਾਰਟ ਰਨ ਦੇ ਵਿੱਚ ਈ ਤੇ ਹੈ ਐਂਡ ਲੌਂਗ ਰਨ ਦੇ ਵਿੱਚ ਐਫ ਤੇ ਹੈ ਕਹਿੰਦੇ ਈ ਤੇ ਆਪਣੀ ਜਿਹੜੀ ਐਕਚੁਅਲ ਪ੍ਰੋਡਕਸ਼ਨ ਹੈ ਉਹ ਘੱਟ ਹੈ ਲੇਕਿਨ ਪੋਟੈਂਸ਼ੀਅਲ ਪਾਵਰ ਜ਼ਿਆਦਾ ਹੈ ਵਾਈ ਤੇ ਤਦ ਕਹਿੰਦੇ ਆਪਾਂ ਕੀ ਆ ਲੌਂਗ ਰਨ ਦੇ ਵਿੱਚ ਆਪਾਂ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਜਿਹੜੀ ਪੋਟੈਂਸ਼ੀਅਲ ਪਾਵਰ ਹੈ ਪੋਟੈਂਸ਼ੀਅਲ ਕੈਪੈਸਿਟੀ ਹੈ ਜਿਹਦੇ ਜ਼ਿਆਦਾ ਹੈ ਜਿਹਦੇ ਕਰਕੇ ਅਸੀਂ ਕੀ ਆ ਐਲ ਆਰ ਏ ਐਸ ਜਿੱਥੇ ਏਡੀ ਨੂੰ ਕੱਟ ਰਹੀ ਹੈ ਉੱਥੇ ਐਫ ਪੁਆਇੰਟ ਤੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ ਜਿਹਦੇ ਥਰੂ ਪ੍ਰਾਈਸ ਘਟੇਗਾ ਤੇ ਸਪਲਾਈ ਕੀ ਹੋਏਗੀ ਆਪਣੀ ਇਨਕਰੀਜ਼ ਹੋਏਗੀ ਇਨ ਲੌਂਗ ਰਨ ਤੇ ਉਸ ਤੋਂ ਬਾਅਦ ਆਪਾਂ ਪੈਨਲ ਬੀ ਦੇ ਵਿੱਚ ਦੇਖਦੇ ਹਾਂ ਤਾਂ ਇਹਦੇ ਵਿੱਚ ਕੀ ਆ ਸ਼ਾਰਟ ਰਨ ਇਕੁਇਲਿਬ੍ਰੀਅਮ ਆਊਟਪੁੱਟ ਲੈਵਲ ਇਜ਼ ਬਿਲੋ ਦਾ ਫੁੱਲ ਇੰਪਲੋਇਮੈਂਟ ਲੈਵਲ ਆਫ ਆਊਟਪੁੱਟ ਬਾਈ ਤਾਂ ਫੁੱਲ ਇੰਪਲੋਇਮੈਂਟ ਤੁਸੀਂ ਪੈਨਲ ਏ ਦੇ ਵਿੱਚ ਦੇਖ ਸਕਦੇ ਹੋ ਕਿੱਥੇ ਹੈ ਜਿੱਥੇ ਵਾਈ ਸਟਾਰ ਆਪਣੀ ਆਊਟਪੁੱਟ ਹੋ ਰਹੀ ਹੈ ਜਿੱਥੇ ਲੌਂਗ ਰਨ ਦੀ ਐਗਰੀਗੇਟ ਡਿਮਾਂਡ ਕਰਵ ਤੇ ਐਗਰੀਗੇਟ ਜਿਹੜੀ ਸਪਲਾਈ ਕਰਵ ਇੱਕ ਦੂਸਰੇ ਨੂੰ ਐਫ ਪੁਆਇੰਟ ਤੇ ਕੱਟ ਰਹੇ ਨੇ ਉੱਥੇ ਕੀ ਫੁੱਲ ਇੰਪਲੋਇਮੈਂਟ ਦੀ ਸਿਚੁਏਸ਼ਨ ਹੈ ਜਿੱਥੇ ਕਹਿੰਦੇ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ ਤੇ ਏਡੀ ਇੱਕ ਦੂਸਰੇ ਨੂੰ ਕੱਟ ਰਹੇ ਨੇ ਇਹ ਪੈਨਲ ਦੇ ਵਿੱਚ ਤਾਂ ਉੱਥੇ ਬਾਈ ਪਰ ਪ੍ਰੋਡਕਸ਼ਨ ਹੈ ਤੇ P1 ਪ੍ਰਾਈਸ ਹੈ ਉੱਥੇ ਆਪਣੀ ਜੋ ਹੈ ਫੁੱਲੀ ਇੰਪਲੋਇਮੈਂਟ ਦੀ ਸਿਚੁਏਸ਼ਨ ਨਹੀਂ ਹੈ ਤਾਂ Y1 ਤੋਂ ਆਪਾਂ ਜ਼ਿਆਦਾ ਪ੍ਰੋਡਕਸ਼ਨ ਕਰ ਸਕਦੇ ਆ ਠੀਕ ਹੈ ਐਟ ਪੈਨਲ B ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਪ੍ਰੈਜ਼ੈਂਟ ਸੱਚ ਅ ਸਿਚੁਏਸ਼ਨ ਪੁਆਇੰਟ E ਪੈਨਲ B ਦੇ ਵਿੱਚ ਜੋ ਹੈ ਆਪਣੀ ਇਨੀਸ਼ੀਅਲ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੈਟ ਇਜ਼ ਅ ਪੁਆਇੰਟ E ਤਾਂ ਉਹ ਐਕਸ ਐਕਸਿਸ ਤੇ ਆਊਟਪੁੱਟ ਐਂਡ ਇਨਕਮ ਹੈ ਪੈਨਲ B ਦੇ ਵਿੱਚ OY ਤੇ ਪ੍ਰਾਈਸਿਸ ਨੇ AD ਇਜ਼ ਅ ਐਗਰੀਗੇਟ ਡਿਮਾਂਡ ਕਰਵ ਜੋ ਲੈਫਟ ਰਾਈਟ ਜਾਂ ਡਾਊਨਵਰਡ ਹੈ ਜਿਹਦੇ ਥਰੂ ਜਿਹੜੀ ਪ੍ਰੋਡਕਸ਼ਨ ਹੈ ਉਹ ਕਿੰਨੀ ਹੋ ਰਹੀ ਹੈ P1 is a price of a production and OY1 is the output and income ਤਾਂ ਤੁਸੀਂ ਇਸ ਤੋਂ ਬਾਅਦ ਦੇਖ ਸਕਦੇ ਹੋ ਇਹ ਤਾਂ ਸ਼ਾਰਟ ਰਨ ਦਾ ਆਪਣਾ ਐਗਰੀਗੇਟ ਸਪਲਾਈ ਕਰਵ ਹੈ ਅਗਰ ਆਪਾਂ ਲੌਂਗ ਰਨ ਦੇ ਵਿੱਚ ਜਾਈਏ ਤਾਂ ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਕੀ ਆ ਵਾਈ ਐਕਸਿਸ ਦੇ ਪੈਰਲਲ ਹੈ ਲੇਕਿਨ ਕੀ ਆ ਉਹ SRAS ਸ਼ਾਰਟ ਰਨ ਦੀ ਐਗਰੀਗੇਟ ਸਪਲਾਈ ਕਰਵ ਤੋਂ ਪਿੱਛੇ ਹੈ ਬੈਕਵਰਡ ਹੈ ਤਾਂ ਸਾਨੂੰ ਕੀ ਸ਼ੋ ਕਰ ਰਿਹਾ ਹੈ ਕਿ ਲੌਂਗ ਰਨ ਦੀ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਏਡੀ ਕਰਵ ਨੂੰ ਈ ਐਫ ਪੁਆਇੰਟ ਤੇ ਕੱਟ ਕਰ ਰਹੇ ਨੇ ਇੰਟਰਸੈਕਟ ਹੋ ਰਹੇ ਨੇ ਤਾਂ ਐਫ ਪੁਆਇੰਟ ਇਜ਼ ਅ ਨਿਊ ਇਕੁਇਲਿਬ੍ਰੀਅਮ ਪੁਆਇੰਟ ਇਨ ਦਾ ਲੌਂਗ ਰਨ ਜੋ ਇਹ ਸ਼ੋ ਕਰ ਰਿਹਾ ਹੈ ਕਿ ਐਫ ਪੁਆਇੰਟ ਤੇ ਜਿਹੜੀ ਹੈ ਆਪਣੀ ਆਊਟਪੁੱਟ ਉਹ ਡਿਕਰੀਜ਼ ਹੋ ਕੇ Y1 ਤੋਂ Y ਸਟਾਰ ਹੋ ਜਾਏਗੀ ਤੇ ਪ੍ਰਾਈਸਿਸ ਇਨਕਰੀਜ਼ ਹੋ ਕੇ P1 ਤੋਂ P ਸਟਾਰ ਹੋ ਜਾਣਗੇ ਮਤਲਬ ਲੌਂਗ ਰਨ ਦੇ ਵਿੱਚ ਆਪਣੀ ਸਪਲਾਈ ਡਿਕਰੀਜ਼ ਹੋਏਗੀ ਕਿਉਂਕਿ ਸ਼ਾਰਟ ਰਨ ਦੇ ਵਿੱਚ ਆਪਾਂ ਕੀ ਕਰਦੇ ਆ ਆਪਣੀ ਜਿਹੜੇ ਅਦਰ ਫੈਕਟਰਸ ਨੇ ਠੀਕ ਹੈ ਜਿਹੜੀ ਫੁੱਲ ਇੰਪਲੋਇਮੈਂਟ ਤਾਂ ਤੁਸੀਂ ਦੇਖੋ ਕਿ ਲੌਂਗ ਰਨ ਦੀ ਜਿੱਥੇ ਐਗਰੀਗੇਟ ਸਪਲਾਈ ਐਗਰੀਗੇਟ ਡਿਮਾਂਡ ਕਰਵ ਨੂੰ ਕੱਟ ਕਰੇਗੀ ਇਹ ਪੁਆਇੰਟ ਤੇ ਦਿਸ ਇਜ਼ ਦਾ ਪੁਆਇੰਟ ਆਫ ਫੁੱਲ ਇੰਪਲੋਇਮੈਂਟ ਠੀਕ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਸ਼ਾਰਟ ਰਨ ਦੀ ਗੱਲ ਕਰੀਏ ਸ਼ਾਰਟ ਰਨ ਦੇ ਵਿੱਚ ਪ੍ਰੋਡਕਸ਼ਨ ਕੀ ਆਪਣੀ ਜ਼ਿਆਦਾ ਹੋ ਰਹੀ ਸੀ ਤਾਂ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਆਪਾਂ ਨੇ ਜਿਹੜੇ ਐਕਸਟਰਾ ਇਨਸੈਂਟਿਵਸ ਨੇ ਲਾਈਕ ਕੈਪੀਟਲ ਹੋ ਗਿਆ ਟੈਕਨੀਕਲ ਪ੍ਰੋਗਰੈਸ ਹੋ ਗਿਆ ਠੀਕ ਹੈ ਮਸ਼ੀਨਰੀ ਹੋ ਗਿਆ ਉਹਦੇ ਥਰੂ ਆਪਾਂ ਆਪਣੀ ਪ੍ਰੋਡਕਸ਼ਨ ਕਿੰਨੀ ਇਨਕਰੀਜ਼ ਕੀਤੀ ਆ ਵਾਈ ਸਟਾਰ ਤੋਂ ਕਿੰਨੀ ਕੀਤੀ ਆ Y1 ਕੀਤੀ ਆ ਕਹਿੰਦੇ ਸਮ ਇਕਨੋਮਿਸਟ ਬਿਲੀਵ that there is a tendency of the economy to escalate towards wide star output can be pushed up by wide star ਕਹਿੰਦੇ backward shift ਹੋ ਜਾਂਦੀ ਆ few circumstances ਦੇ ਕਰਕੇ ਠੀਕ ਹੈ ਫੁੱਲ ਇੰਪਲੋਇਮੈਂਟ ਆਊਟਪੁੱਟ ਲੈਵਲ ਕੀ ਹੈ ਜਿਹੜਾ ਵਾਈ ਸਟਾਰ ਹੈ ਜੇਕਰ ਕਹਿੰਦੇ ਵੇਜ ਰੇਟ ਘੱਟ ਹੋ ਜਾਣ ਤਾਂ ਵੇਜ ਰੇਟ ਘੱਟ ਹੋਣ ਕਰਕੇ ਕੀ ਆ ਆਪਣੀ ਜਿਹੜੀ ਲੇਬਰ ਦੀ ਡਿਮਾਂਡ ਆ ਉਹ ਜ਼ਿਆਦਾ ਹੋਏਗੀ ਜਿਹਦੇ ਕਰਕੇ ਕੀ ਹੈ ਸਪਲਾਈ ਵੀ ਇਨਕਰੀਜ਼ ਹੋ ਜਾਏਗੀ ਤੇ ਪ੍ਰਾਈਸਿਸ ਵੀ ਕੀ ਹੋਣਗੇ ਡਿਕਰੀਜ਼ ਹੋਣਗੇ ਅਗਰ ਵੇਜ ਰੇਟ ਘੱਟ ਤਾਂ ਪ੍ਰਾਈਸਿਸ ਵੀ ਘੱਟ ਹੋਣਗੇ ਅਗਰ ਵੇਜ ਰੇਟ ਜ਼ਿਆਦਾ ਤਾਂ ਪ੍ਰਾਈਸਿਸ ਵੀ ਜ਼ਿਆਦਾ ਹੋਣਗੇ ਤੇ ਆਊਟਪੁੱਟ ਕੀ ਹੋਏਗੀ ਘੱਟ ਹੋਏਗੀ ਤਾਂ ਇੱਥੇ ਕੀ ਹੈ ਲੇਬਰ ਦੀ ਸਪਲਾਈ ਜਿਹੜੇ ਵੇਜ ਰੇਟ ਹੈ ਘੱਟ ਹੋਣ ਕਰਕੇ ਡਿਮਾਂਡ ਜ਼ਿਆਦਾ ਤੇ ਆਪਣੀ ਪ੍ਰੋਡਕਸ਼ਨ ਵੀ ਕੀ ਆ ਜ਼ਿਆਦਾ ਹੋ ਰਹੀ ਹੈ ਕਹਿੰਦੇ ਸ਼ਾਰਟ ਰਨ ਇਕੁਇਲਿਬ੍ਰੀਅਮ ਐਡਜਸਟ ਬਿਲੋ ਵਾਈ ਸਟਾਰ output tends to rise it means wages are likely to fall when the economy is operating below the full employment with excess capacity and high unemployment a decline in wage shift to the SRAS curves to the right causing the price level to the fall and level of aggregate output is rise back to Y star this autonomous adjustments work only if wage rate is flexible
ਕਹਿੰਦੇ ਆਟੋਮੈਟਿਕ ਐਡਜਸਟਮੈਂਟ ਉਦੋਂ ਹੋ ਸਕਦੀ ਹੈ ਇਕਨੋਮੀ ਦੇ ਵਿੱਚ ਐਗਰੀਗੇਟ ਸਪਲਾਈ ਤੇ ਐਗਰੀਗੇਟ ਡਿਮਾਂਡ ਦੇ ਵਿੱਚ ਅਗਰ ਜਿਹੜੇ ਆਪਣੇ ਵੇਜ ਰੇਟ ਨੇ ਜਾਂ ਇੰਟਰਸਟ ਰੇਟ ਆ ਕੀ ਆ ਫਲੈਕਸੀਬਲ ਹੈ ਤਾਂ ਵੇਜ ਰੇਟ ਤੇ ਇੰਟਰਸਟ ਰੇਟ ਆਪਣੇ ਆਪ ਇਨਕਰੀਜ਼ ਡਿਕਰੀਜ਼ ਹੋ ਜਾਏਗਾ ਜਿਹਦੇ ਨਾਲ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਆ ਜਾਏਗੀ। ਇਹ ਤਾਂ ਸੀਗਾ ਸਾਡਾ ਸ਼ਾਰਟ ਰਨ ਇਕੁਇਲਿਬ੍ਰੀਅਮ ਤੇ ਉਸ ਤੋਂ ਬਾਅਦ ਹੈ ਲੌਂਗ ਰਨ ਇਕੁਇਲਿਬ੍ਰੀਅਮ। ਤਾਂ ਲੌਂਗ ਰਨ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿਸ ਤਰ੍ਹਾਂ ਹੋਏਗੀ ਤਾਂ ਐਗਰੀਗੇਟ ਜਿਹੜੀ ਡਿਮਾਂਡ ਹੈ ਲੌਂਗ ਰਨ ਦੇ ਵਿੱਚ ਐਗਰੀਗੇਟ ਸਪਲਾਈ ਕਰਵ ਤੇ ਕੀ ਆ ਉਹਨੂੰ ਸੇਮ ਇੰਟਰਸੈਕਟ ਕਰਦੀ ਆ। ਕਹਿੰਦੇ aggregate demand curve at the long run aggregate supply curve to the reach at the long run equilibrium ਐਗਰੀਗੇਟ ਸਪਲਾਈ ਕਹਿੰਦੇ ਲੌਂਗ ਰਨ ਦੇ ਵਿੱਚ ਇਕੁਇਲਿਬ੍ਰੀਅਮ ਉੱਥੇ ਹੋਏਗਾ ਜਿੱਥੇ ਲੌਂਗ ਰਨ ਦੀ ਐਗਰੀਗੇਟ ਸਪਲਾਈ ਕਰਵ ਜਿਹੜੀ ਹੈ ਲੌਂਗ ਰਨ ਦੀ ਐਗਰੀਗੇਟ ਡਿਮਾਂਡ ਨੂੰ ਕੀ ਹੈ ਇੰਟਰਸੈਕਟ ਕਰ ਰਿਹਾ। ਦਾ ਆਊਟਪੁੱਟ ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਲੌਂਗ ਰਨ ਇਕੁਇਲਿਬ੍ਰੀਅਮ ਸ਼ੋ ਕੀਤਾ ਹੋਇਆ ਹੈ अपनी ओ एक्सिस ते आउटपुट एंड इनकम लिखी हुई है ओ वाई ते प्राइस लिखा हुआ है तो जेड़ा एल आर ए एस है दिस इज अ लॉन्ग रन एग्रीगेट सप्लाई कर्व जो वर्टिकल है वाई एक्सिस दे पैरेलल है मतलब कि एग्रीगेट सप्लाई कांस्टेंट है लॉन्ग रन दे विच वाई स्टार है इस तो ज्यादा नहीं है। तो जी शॉर्ट रन की एग्रीगेट सप्लाई कर्व है वो की लैफ्ट राइट अपवर्ड है क्योंकि मीडियम जी है सप्लाई वो शॉर्ट सप्लाई ते मीडियम सप्लाई कर्व है मोस्टली ठीक है। तो जी एग्रीगेट डिमांड कर्व है वो की लैफ्ट राइट डाउनवर्ड है तो ये की इंटरसैक्ट कितने कर रहे हैं इंटरसैक्ट मान लो कोई पॉइंट नहीं दिता हुआ ई पॉइंट ते कर रहे हैं तो ई इज द इक्विलिब्रियम पॉइंट जिथे कहते इक्विलिब्रियम प्राइस कितना फिक्स किया गया पी स्टार एंड इक्विलिब्रियम आउटपुट की वाई स्टार ओवर टाइम ਤਾਂ ਡਿਸਕਸ ਕਰ ਸਕਦੇ ਆਪਾਂ ਟ੍ਰਾਂਜੈਕਸ਼ਨ ਪ੍ਰੋਸੈਸ ਫਰੋਮ ਸ਼ਾਰਟ ਰਨ ਇਕੁਇਲਿਬ੍ਰੀਅਮ ਟੂ ਲੌਂਗ ਰਨ ਇਕੁਇਲਿਬ੍ਰੀਅਮ ਵੀ ਕਿੱਦਾਂ ਹੁੰਦਾ ਹੈ ਸ਼ਾਰਟ ਰਨ ਤੋਂ ਲੌਂਗ ਰਨ ਤੇ ਇਕੁਇਲਿਬ੍ਰੀਅਮ ਤੇ ਆਪਾਂ ਕਿੱਦਾਂ ਹੁੰਦੇ ਆ ਕਹਿੰਦੇ ਸ਼ਾਰਟ ਰਨ ਇਕੁਇਲਿਬ੍ਰੀਅਮ ਆਊਟਪੁੱਟ ਹੈ ਜਿਹੜੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸ਼ਾਰਟ ਰਨ ਇਕੁਇਲਿਬ੍ਰੀਅਮ ਆਊਟਪੁੱਟ ਹੈ ਉਹ ਵੀ ਏਡੀ ਨੂੰ ਉੱਥੇ ਟੱਚ ਕਰ ਰਹੀ ਹੈ ਤੇ ਐਲ ਆਰ ਏ ਐਸ ਲੌਂਗ ਰਨ ਇਕੁਇਲਿਬ੍ਰੀਅਮ ਜਿਹੜੀ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਹੈ ਉਹ ਵੀ ਉਸਨੂੰ ਉੱਥੇ ਹੀ ਕੱਟ ਕਰ ਰਹੀ ਹੈ। ਦੈਨ ਈਵਨ ਤਾਂ ਕਹਿੰਦੇ ਐਸ ਆਰ ਏ ਐਸ ਕਰਵ ਮੇ ਬਿਕਮ ਵਰਟੀਕਲ ਐਟ ਸਮ particular level of output ਕਿਤੇ ਜਿੱਥੇ potential GDP and full employment level ਹੁੰਦਾ ਕਹਿੰਦੇ this is because there are physical limits to amount that an economy can produce in any given period of time ਕਹਿੰਦੇ physical limit ਕੀ ਹੁੰਦੀ ਆ all plants are operating around the clock many workers are on the overtime there is no cyclical unemployment ਤਾਂ ਇੱਥੇ ਐਡਜਸਟਮੈਂਟ ਪ੍ਰੋਸੈਸ ਦੀ ਗੱਲ ਕੀਤੀ ਗਈ ਹੈ ਇਕਨੋਮੀ ਦੇ ਵਿੱਚ 6.3 ਫਿਗਰ ਦੇ ਵਿੱਚ ਤਾਂ ਤੁਸੀਂ 6.3 ਫਿਗਰਸ ਦੇ ਵਿੱਚ ਦੇਖ ਸਕਦੇ ਹੋ ਇਹਦੇ ਵਿੱਚ ਅਸਿਊਮ ਕੀਤਾ ਗਿਆ ਹੈ ਇਕਨੋਮੀ ਇਜ਼ ਆਪਰੇਟਿੰਗ ਵਿਦ SRAS1 ਕਹਿੰਦੇ ਉਹ x ਤੇ 6.3 ਫਿਗਰ ਦੇ ਵਿੱਚ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਜਿੱਥੇ ਦਿਖੀ ਗਈ ਆ ਕਹਿੰਦੇ ਉੱਥੇ ਜਿਹੜਾ ਹੈ ਉਹ ਐਕਸਿਸ ਤੇ ਆਊਟਪੁੱਟ ਐਂਡ ਇਨਕਮ ਲਿਖਤਾ ਹੋਇਆ ਹੈ ਉਹ ਵਾਈ ਤੇ ਪ੍ਰਾਈਸ ਲੈਵਲ ਲਿਖਤਾ ਹੋਇਆ ਹੈ ਤੇ ਜਿਹੜੀ ਐਗਰੀਗੇਟ ਡਿਮਾਂਡ ਕਰਵ ਹੈ ਦਿਸ ਇਜ਼ ਅ ਏਡੀ ਐਗਰੀਗੇਟ ਸਪਲਾਈ ਕਰਵ ਜਿਹੜੀ ਸ਼ਾਰਟ ਰਨ ਦੀ ਉਹ ਹੈ SRAS ਐਂਡ ਲੌਂਗ ਰਨ ਦੀ LRAS ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਫਰਸਟਲੀ ਕਹਿੰਦੇ ਜਿਹੜੀ ਐਗਰੀਗੇਟ ਡਿਮਾਂਡ ਹੈ AD1 ਉਹ ਸ਼ਾਰਟ ਰਨ ਦੀ ਐਗਰੀਗੇਟ ਸਪਲਾਈ ਕਰਵ ਨੂੰ SRAS1 ਨੂੰ A point ਤੇ ਕੱਟ ਕਰ ਰਹੇ ਹਾਂ ਤਾਂ A point is a equilibrium point ਤਾਂ ਇਸ ਦੇ ਨਾਲ ਹੀ ਜਿਹੜੀ ਪ੍ਰਾਈਸਿਸ ਇਨਕਰੀਜ਼ ਹੋਣ ਕਰਕੇ ਕੀ ਹੋ ਗਿਆ ਆਪਣੇ ਵੇਜ ਰੇਟ ਇਨਕਰੀਜ਼ ਹੋ ਗਈ ਵੇਜ ਰੇਟ ਇਨਕਰੀਜ਼ ਹੋ ਗਏ ਤਾਂ ਵੇਜ ਰੇਟ ਤੁਹਾਨੂੰ ਪਤਾ ਹੈ ਵੇਜ ਰੇਟ ਕੀ ਹੁੰਦੇ ਨੇ ਜਿਹੜੀ ਆਪਣੀ ਲੇਬਰ ਹੈ ਜਦੋਂ ਆਪਾਂ ਉਹਨੂੰ ਡਿਮਾਂਡ ਕਰਦੇ ਹਾਂ ਲੇਬਰ ਦੀ ਤਾਂ ਉਹਦੇ ਬਦਲੇ ਆਪਾਂ ਨੂੰ ਕੁਝ ਨਾ ਕੁਝ ਕਾਸਟ ਪੇ ਕਰਨੀ ਪੈਂਦੀ ਹੈ ਲੇਬਰ ਦੀ ਸਰਵਿਸ ਲੈਣ ਦੇ ਲਈ that is a wages ਜੋ ਆਪਾਂ ਉਹਨੂੰ ਫੈਕਟਰ ਪੇਮੈਂਟਸ ਕਰਦੇ ਆ ਇਨਪੁਟ ਫੈਕਟਰ ਨੂੰ ਪੇਮੈਂਟਸ ਕਰਦੇ ਆ ਤਾਂ ਇਹਦੇ ਥਰੂ ਪ੍ਰਾਈਸ ਰਾਈਜ਼ ਹੋਣ ਦੇ ਨਾਲ ਜਿਹੜੀ ਆਪਣੀ ਹੈ ਵੇਜ ਰੇਟ ਇਨਕਰੀਜ਼ ਹੋ ਜਾਏਗਾ ਜਿਹੜੀ ਕੀ ਹੈ ਕਾਸਟ ਆਫ ਪ੍ਰੋਡਕਸ਼ਨ ਹੈ ਜੋ ਪ੍ਰੋਡਕਸ਼ਨ ਤੇ ਕਾਸਟ ਆ ਰਹੀ ਉਹ ਵੀ ਕੀ ਹੈ ਇਨਕਰੀਜ਼ ਹੋ ਜਾਏਗੀ ਜਿਹਦੇ ਕਰਕੇ ਆਪਣੀ ਪ੍ਰੋਡਕਸ਼ਨ ਘਟ ਜਾਏਗੀ सब प्रोडक्शन में सप्लाई कर जाएगी तो जी अपनी सप्लाई कर्व है शॉर्ट रन की वो SRAS1 तो घट के कितने आ जाएगी SRAS2 ते आ जाएगी कर्व कहते लैफ्टवर्ड शिफ्ट हो जाएगी शॉर्ट रन की एग्रीगेट सप्लाई कर्व जिहदे नाल वो जिहड़ा न्यू पॉइंट ते कट करेगी अपनी एग्रीगेट डिमांड टू नू दैट इज द C पॉइंट तो C पॉइंट इज द न्यू इक्विलिब्रियम पॉइंट
जिथे कहते बी तो बाद सी इक्विलिब्रियम की पोजीशन ते आई है, जिथे जिसके थ्रू की हो गया सी पॉइंट पे अगर आप आ गए तो इसके थ्रू अपनी जी आउटपुट है वो डिक्रीज हो जाएगी, Y2 तो Y1 हो जाएगी एंड जी प्राइसिस है वो होर इंक्रीज हो जाएगी, P2 तो P3 हो जाएगी। कहते वेज रेट इंक्रीजेस, देयर इज एन इंक्रीज इन कॉस्ट ऑफ प्रोडक्शन, द शॉर्ट रन एग्रीगेट सप्लाई कर्व शिफ्ट टू द लेफ्ट from SRAS1 to SRAS2. If the wage rate increases by the same proportion as the price rise, output will be back to Y2 to Y1. The erythroki hoega full employment level of output. You should note that equilibrium point moved from A to B and B to C. The three positions से सीगा अपना जो economic equilibrium पहला सीगा A point थे, फिर उस तो बाद जो एग्रीगेट डिमांड इंक्रीज हुई तर बी पॉइंट ते, अगर उस तो बाद प्राइसिस इंक्रीज होए, वेज रेट इंक्रीज होए, जिदे करके कॉस्ट ऑफ प्रोडक्शन ज्यादा हुई तो शॉर्ट रन की एग्रीगेट सप्लाई डिक्रीज होगी, डिक्रीज होके लेफ्टवर्ड शिफ्ट होगी SRAS2 ते। दिस इज द न्यू इक्विलिब्रियम पॉइंट दैट इज द सी, जो शो कर रहा है इंक्रीज इन प्राइसिस की प्राइसिस ਦੇ ਵਿੱਚ इंक्रीज होके P2 तो की हो गया P3 हो गया एंड जी आउटपुट ऑफ की होगी डिक्रीज होगी Y2 तो Y1 होगी। कहते एट द लाइक दिस थिंक कि जी अपनी लॉन्ग रन की इक्विलिब्रियम की पोजीशन है वो चेंज होएगी ड्यू टू एग्रीगेट डिमांड, प्राइस, वेज रेट, इंटरस्ट रेट, ये सारे ਜਿਹੜੇ फैक्टर्स ने ये इसनु की करेंगे अफेक्ट करेंगे। ਤੇ ਉਸ ਤੋਂ ਬਾਅਦ ਸੀਗਾ ਆਪਣਾ ਆਊਟਪੁੱਟ ਗੈਪ। ਤਾਂ ਆਊਟਪੁੱਟ ਗੈਪ ਕੀ ਹੁੰਦਾ ਹੈ, ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, the difference between the actual output and the full employment output is known as the output gap। ਕਹਿੰਦੇ ਜਿਹੜੀ ਆਪਣੀ ਐਕਚੁਅਲ ਆਊਟਪੁੱਟ ਹੁੰਦੀ ਹੈ ਜੋ ਆਪਾਂ ਐਕਚੁਅਲ ਦੇ ਵਿੱਚ ਕਰਦੇ ਆ ਐਂਡ ਜਿਹੜੀ ਆਪਣੀ ਫੁੱਲ ਇੰਪਲੋਇਮੈਂਟ ਆਊਟ ਹੁੰਦੀ ਆ ਉਹਨਾਂ ਦੇ ਗੈਪ ਨੂੰ ਕੀ ਕਿਹਾ ਜਾਂਦਾ ਹੈ, ਆਊਟਪੁੱਟ ਗੈਪ ਕਿਹਾ ਜਾਂਦਾ ਹੈ। ਦਸ ਆਊਟਪੁੱਟ ਗੈਪ ਜਿਵੇਂ ਕਿ ਇੱਥੇ ਕੀ ਹੈ Y2 minus Y1, OY2 minus OY1, Y1 Y2 is the output gap। ਕਹਿੰਦੇ ਇੱਥੇ ਕੀ ਹੈ ਐਕਚੁਅਲ ਆਊਟਪੁੱਟ ਹੈ ਜੋ ਉਹ ਕਿੰਨੀ ਹੈ OY1 ਤੇ ਉਸ ਤੋਂ ਬਾਅਦ ਜਿਹੜੀ ਆਪਣੀ ਪੋਟੈਂਸ਼ੀਅਲ ਆਊਟਪੁੱਟ ਹੈ ਉਹ ਕਿੰਨੀ ਹੈ OY2। ਠੀਕ ਹੈ, ਪਰ ਆਪਾਂ ਕਹਿ ਸਕਦੇ ਹਾਂ ਕਿ एक्चुअल आउटपुट ते पोटेंशियल आउटपुट ਨੂੰ ਕਿੱਦਾਂ ਪਤਾ ਕਰ ਸਕਦੇ, ਜਿੱਥੇ ਕਹਿੰਦੇ ਐਸ ਆਪਣੀ ਜਿਹੜੀ ਸ਼ਾਰਟ ਰਨ ਦੀ ਸਪਲਾਈ ਕਰਵਸ ਨੇ ਉਹ ਸ਼ਾਰਟ ਰਨ ਦੀ ਐਗਰੀਗੇਟ ਡਿਮਾਂਡ ਕਰਵ ਨੂੰ ਇੰਟਰਸੈਕਟ ਕਰਦੀ ਹੈ। ਉੱਥੇ ਆਪਾਂ ਕੀ ਦੇਖ ਸਕਦੇ ਆ, ਆਪਣੀ ਜਿਹੜੀ ਆਊਟਪੁੱਟ ਤੇ ਪ੍ਰਾਈਸਿਸ ਆ ਦੇਖ ਸਕਦੇ ਆ, ਜਿੱਥੇ AD ਐਂਡ AS ਦੋਨੇ ਇੱਕ ਦੂਸਰੇ ਨੂੰ ਇੰਟਰਸੈਕਟ ਕਰਨੀਆਂ ਤਾਂ ਉੱਥੇ ਐਕਚੁਅਲ ਤੇ ਪੋਟੈਂਸ਼ੀਅਲ ਜਿਹੜੀ ਆਊਟਪੁੱਟ ਆਪਾਂ ਦੇਖ ਸਕਦੇ ਆ। ਤਾਂ ਆਪਾਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹਾਂ ਕੀ ਹੈ कि जी पोटेंशियल आउटपुट है वो कितनी है OY2 है, लेकिन जी अपनी एक्चुअल आउटपुट है दैट इज OY1। OY2 माइनस OY1 करेंगे, Y1 Y2 इज अपनी की आउटपुट गैप। तुसी फिगर 1.6 ਦੇ ਵਿੱਚ देख सकते हो एक्चुअल ते पोटेंशियल आउटपुट। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜੀ ਐਕਚੁਅਲ ਤੇ ਪੋਟੈਂਸ਼ੀਅਲ ਆਊਟਪੁੱਟ ਆ ਤਾਂ ਇਹ ਪੋਜ਼ਿਟਿਵ ਤੇ ਨੈਗੇਟਿਵ ਹੋ ਸਕਦੀ ਹੈ। ਜਿਹੜਾ ਆਊਟਪੁੱਟ ਗੈਪ ਹੈ ਇਹ ਪੋਜ਼ਿਟਿਵ ਵੀ ਹੋ ਸਕਦਾ ਹੈ, ਇਹ ਜਿਹੜਾ ਆਊਟਪੁੱਟ ਗੈਪ ਹੈ ਇਹ ਨੈਗੇਟਿਵ ਵੀ ਹੋ ਸਕਦਾ ਹੈ। ਤਾਂ ਤੁਸੀਂ ਇੱਥੇ ਦੋਨੇ ਤਰ੍ਹਾਂ ਦੇ ਜਿਹੜੇ ਗੈਪ ਨੇ ਉਹ ਦੇਖੋਗੇ। ਆਊਟਪੁੱਟ ਗੈਪ ਇਜ਼ ਪੋਜ਼ਿਟਿਵ ਵੈਨ ਐਕਚੁਅਲ ਆਊਟਪੁੱਟ ਇਜ਼ ਹਾਇਰ ਦੈਨ ਫੁੱਲ ਇੰਪਲੋਇਮੈਂਟ ਆਊਟਪੁੱਟ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜਾ ਆਪਣਾ ਪੈਨਲ A ਹੈ ਪੈਨਲ B ਹੈ, ਦਿਸ ਇਜ਼ ਅ ਟੂ ਡਾਇਗਰਾਮ ਜਿਨ੍ਹਾਂ ਦੇ ਥਰੂ ਆਪਾਂ ਆਊਟਪੁੱਟ ਗੈਪ ਦੇਖਾਂਗੇ। ਆਊਟਪੁੱਟ ਗੈਪ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਇਫੈਕਟ ਦੋਨੇ ਜਿਹੜੇ ਗੈਪ ਦੇ ਇਹ ਸਾਨੂੰ ਦੇਖਣ ਲਈ ਮਿਲਣਗੇ। ਹੁਣ ਪੈਨਲ A ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ LRAS ਹੈ, ਦਿਸ ਇਜ਼ ਦਾ ਲੌਂਗ ਰਨ ਐਗਰੀਗੇਟ ਸਪਲਾਈ ਕਰਵ, ਤੇ ਜਿਹੜਾ SRAS ਹੈ ਦਿਸ ਇਜ਼ ਦਾ ਸ਼ਾਰਟ ਰਨ ਐਗਰੀਗੇਟ ਸਪਲਾਈ ਕਰਵ। AD ਕਰਵ ਕੀ ਹੈ, ਇਹਨਾਂ ਨੂੰ 2 पॉइंट्स से कट करिए E एंड F। F B की इक्विलिब्रियम द पॉइंट है, E B की इक्विलिब्रियम द पॉइंट है। शॉर्ट रन इक्विलिब्रियम आउटपुट कदों हो रही अपनी शॉर्ट रन ਵਿੱਚ इक्विलिब्रियम ਦੀ ਪੋਜੀਸ਼ਨ ਤੇ ਕਿੱਥੇ ਆ E ਪੁਆਇੰਟ ਤੇ। ਤਾਂ E ਪੁਆਇੰਟ ਸ਼ੋ ਕਰ ਰਿਹਾ ਹੈ ਪ੍ਰਾਈਸ P1 ਐਂਡ ਇਨਕਮ ਜਿਹੜੀ Y1 ਹੈ। ਤੇ ਉਸ ਤੋਂ ਬਾਅਦ ਜਿਹੜਾ F ਪੁਆਇੰਟ ਹੈ ਜੋ ਸਾਨੂੰ ਸ਼ੋ ਕਰ ਰਿਹਾ ਹੈ ਲੌਂਗ ਰਨ ਐਗਰੀਗੇਟ ਸਪਲਾਈ ਕਰਵ ਤੇ ਐਗਰੀਗੇਟ ਡਿਮਾਂਡ ਦਾ ਰਿਲੇਸ਼ਨ। ਤਾਂ F ਪੁਆਇੰਟ ਤੇ ਕੀ ਹੈ ਜਿਹੜਾ ਪ੍ਰਾਈਸਿਸ ਹੈ ਉਹ ਡਿਕਰੀਜ਼ ਨੇ
P1 तो P star एंड जी आउटपुट है वो इंक्रीज है Y1 तो Y star रीजन किया ਹੁਣ ਇੱਥੇ ਤੁਸੀਂ ਪੈਨਲ A ਦੇ ਵਿੱਚ ਦੇਖ ਸਕਦੇ ਹੋ ਕਿ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਕਿੱਥੇ ਆ ਕਲਾਸੀਕਲ ਦੇ ਥਰੂ ਕੀ ਆ ਕਲਾਸੀਕਲ ਇਕਨੋਮਿਸਟ ਨੇ ਬੋਲਿਆ ਹੈ ਕਿ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਰਹੇਗੀ ਜਿੱਥੇ ਕਿ ਆਪਣੀ ਇਕੁਇਲਿਬ੍ਰੀਅਮ ਆਊਟਪੁੱਟ ਹੋਏਗੀ ਜਿੱਥੋਂ ਤੱਕ ਆਪਾਂ ਇਕੁਇਲਿਬ੍ਰੀਅਮ ਆਊਟਪੁੱਟ ਨੂੰ ਇਨਕਰੀਜ਼ ਕਰ ਸਕਦੇ ਹਾਂ ਤਾਂ ਕਹਿੰਦੇ y ਸਟਾਰ ਕੇ ਇਕੁਇਲਿਬ੍ਰੀਅਮ ਆਊਟਪੁੱਟ ਹੈ ਤੇ ਇਕੁਇਲਿਬ੍ਰੀਅਮ ਪ੍ਰਾਈਸ ਹੈ ਜਿਹੜਾ ਉਹ p ਸਟਾਰ ਹੈ ਇਨ ਦਾ ਲੌਂਗ ਰਨ ਤਾਂ ਲੌਂਗ ਰਨ ਦੇ ਵਿੱਚ ਆਪਾਂ ਜਿਹੜੀ ਪੋਟੈਂਸ਼ੀਅਲ ਆਊਟਪੁੱਟ ਹੈ ਆਪਣੀ ਉਹ ਕਿੰਨੀ ਹੈ ਉਹ y ਸਟਾਰ ਹੈ मींस आप ओ वाई स्टार तक प्रोडक्शन कर सकते हैं लेकिन शॉर्ट रन ਦੇ ਵਿੱਚ ਕੀ ਆ ਉਹ P1 ਪ੍ਰਾਈਸ ਹੈ ਐਂਡ Y1 ਕੀ ਆਪਣੀ ਜਿਹੜੀ ਹੈ ਪ੍ਰੋਡਕਸ਼ਨ ਹੈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਐਕਚੁਅਲ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਆਪਣੀ ਪੋਟੈਂਸ਼ੀਅਲ ਪਾਵਰ ਕਿੰਨੀ ਹੈ ਉਹ Y ਸਟਾਰ ਹੈ ਲੇਕਿਨ ਐਕਚੁਅਲ ਦੇ ਵਿੱਚ ਆਪਾਂ ਪ੍ਰੋਡਿਊਸ ਕਿੰਨਾ ਕਰਦੇ ਆ ਉਹ Y1 ਕਰਦੇ ਆ ਤਾਂ ਕਹਿੰਦੇ ਕੀ ਹੋਏਗਾ ਉਹ Y ਸਟਾਰ ਮਾਈਨਸ ਉਹ Y1 ਇਜ਼ ਇਕੁਅਲ ਟੂ Y1 ਸਟਾਰ ਦਿਸ ਇਜ਼ ਦਾ ਨੈਗੇਟਿਵ ਨੈਗੇਟਿਵ ਆਊਟਪੁੱਟ ਗੈਪ ਮਤਲਬ ਕੀ ਹੈ ਜਿੰਨੀ ਆਪਣੀ ਕੋ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਉਨੀ ਪ੍ਰੋਡਕਸ਼ਨ ਨਹੀਂ ਹੈਗੀ ਉਸ ਤੋਂ ਆਪਣੀ ਪ੍ਰੋਡਕਸ਼ਨ ਕੀ ਹੈ ਘੱਟ ਹੈ ਤੇ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਪੋਜ਼ਿਟਿਵ ਆਊਟਪੁੱਟ ਗੈਪ ਆ ਜਿਹੜਾ ਉਹ ਪੈਨਲ V ਦੇ ਵਿੱਚ ਤੁਸੀਂ ਡਿਸਕਸ ਕਰਦੇ ਹੋ ਜਿੱਥੇ ਕੀ ਆ ਹਾਇਰ ਦੈਨ ਫੁੱਲ ਇੰਪਲਾਇਮੈਂਟ ਆਊਟਪੁੱਟ ਕੀ ਫੁੱਲ ਇੰਪਲਾਇਮੈਂਟ ਜਿੱਥੇ ਹੈ ਲੌਂਗ ਰਨ ਦੇ ਵਿੱਚ ਉਸ ਤੋਂ ਜ਼ਿਆਦਾ ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ ਤਾਂ ਇੱਥੇ ਦੇਖ ਸਕਦੇ ਹੋ ਪੈਨਲ V ਦੇ ਵਿੱਚ ਕਿੱਥੇ ਜਿੱਥੇ ਪੋਜ਼ਿਟਿਵ ਇਫੈਕਟ ਹੈ ਆਊਟਪੁੱਟ ਗੈਪ ਦਾ ਉਹ ਐਕਸਿਸ ਤੇ ਇਨਕਮ ਐਂਡ ਆਊਟਪੁੱਟ ਲਿੱਤੀ ਹੋਈ ਹੈ OY ਤੇ ਪ੍ਰਾਈਸ ਲੈਵਲ ਦਿੱਤਾ ਹੋਇਆ ਹੈ ਜਿਹੜੀ aggregate supply curve है this is the AD and short run the aggregate supply curve this is the SRAS and long run the aggregate supply curve this is the LRAS ਤਾਂ ਤੁਸੀਂ ਹੁਣ ਇੱਥੇ ਦੇਖ ਸਕਦੇ ਹੋ ਕਿ ਜਿਹੜੀ ਆਪਣੀ SRAS ਹੈ ਉਹ AD ਨੂੰ E ਪੁਆਇੰਟ ਤੇ ਕੱਟ ਕਰੀ ਹੈ ਤਾਂ ਸ਼ਾਰਟ ਰਨ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਕਿੱਥੇ ਹੈ E ਤੇ ਹੈ ਜਿੱਥੇ ਕਹਿੰਦੇ OP1 ਕੀ ਆਪਣੀ ਪ੍ਰਾਈਸ ਹੈ ਐਂਡ OY ਕੀ 1 ਕੀ ਆਪਣੀ ਪ੍ਰੋਡਕਸ਼ਨ ਹੈ ਕਹਿੰਦੇ ਮੰਨ ਲਓ ਕਿ ਆਪਣੀ ਜਿਹੜੀ ਹੈ ਲੌਂਗ ਰਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੁੱਲ ਇੰਪਲਾਇਮੈਂਟ ਦੀ ਸਿਚੁਏਸ਼ਨ ਤੇ ਹੀ ਆਪਣੀ ਜਿਹੜੀ ਆਊਟਪੁੱਟ ਇਨਕਰੀਜ਼ ਹੋ ਸਕਦੀ ਹੈ ਉੱਥੇ ਤੱਕ ਕਿ ਆਪਾਂ ਇਨਕਰੀਜ਼ ਕਰ ਸਕਦੇ ਹਾਂ ਜੋ ਵਰਟੀਕਲ ਹੁੰਦੀ ਹੈ ਵਾਈ ਐਕਸਿਸ ਤੇ ਤਾਂ LRAS ਜਿਹੜੀ ਉਹ AD ਨੂੰ F ਪੁਆਇੰਟ ਤੇ ਕੱਟ ਕਰ ਰਹੀ ਹੈ F ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜੋ ਕੀ ਸ਼ੋ ਕਰ ਰਿਹਾ ਕਿ ਆਊਟਪੁੱਟ ਦੇ ਵਿੱਚ ਲੌਂਗ ਰਨ ਦੇ ਵਿੱਚ ਆਪਣੀ ਜਿਹੜੀ ਹੈ ਆਊਟਪੁੱਟ ਕੈਪੈਸਿਟੀ ਕਿੰਨੀ ਹੈ ਮੀਨਸ ਪੋਟੈਂਸ਼ੀਅਲ ਪਾਵਰ ਆਪਣੇ ਕੋਲ ਕਿੰਨੀ ਹੈ ਉਹ Y ਸਟਾਰ मीन्स आप OY स्टार तक गुड्स की किया प्रोडक्शन कर सकते हैं क्योंकि इतने किया फुल इंप्लॉयमेंट की सिचुएशन है लेकिन एक्चुअल प्रोडक्शन हो कितनी रही है शॉर्ट रन OY1 हो रही है ਤਾਂ ਕਹਿੰਦੇ ਆਪਾਂ ਜਿਹੜੀ ਪੋਟੈਂਸ਼ੀਅਲ ਆਊਟਪੁੱਟ ਹੈ ਉਹਦੇ ਵਿੱਚੋਂ ਐਕਚੁਅਲ ਆਊਟਪੁੱਟ ਮਾਈਨਸ ਕਰਾਂਗੇ ਆਪਣੇ ਕੋ ਕਿੰਨਾ ਰਹਿ ਜਾਏਗਾ Y ਸਟਾਰ Y1 ਰਹਿ ਜਾਏਗਾ ਜੋ ਸਾਡਾ ਕੀ ਸ਼ੋ ਕਰੇਗਾ ਐਕਸਟਰਾ ਆਊਟਪੁੱਟ ਕੀ ਸਾਡੀ ਪੋਟੈਂਸ਼ੀਅਲ ਪਾਵਰ ਆਪਾਂ ਨੇ ਜਿਹੜੀ ਹੈ ਇਨਕਰੀਜ਼ ਕੀਤੀ ਆ ਕਿਉਂਕਿ ਆਪਣੀ ਪੋਟੈਂਸ਼ੀਅਲ ਪਾਵਰ ਜਿਹੜੀ OY ਸਟਾਰ ਸੀਗੀ ਉਸ ਤੋਂ ਆਪਾਂ ਨੇ ਜ਼ਿਆਦਾ ਪ੍ਰੋਡਕਸ਼ਨ ਕੀਤੀ ਹੈ OY1 ਕੀਤੀ ਹੈ ਦਿਸ ਇਜ਼ ਦਾ ਪੋਜ਼ਿਟਿਵ ਆਊਟਪੁੱਟ ਗੈਪ ਜੋ ਸਾਨੂੰ ਦੱਸ ਰਿਹਾ ਹੈ ਇਨਕਰੀਜ਼ ਇਨ ਆਊਟਪੁੱਟ Y ਸਟਾਰ ਟੂ Y1 ਤਾਂ ਇਹਦੇ ਕਈ ਰੀਜ਼ਨਸ ਹੋ ਸਕਦੇ ਨੇ ਠੀਕ ਹੈ ਪੋਟੈਂਸ਼ੀਅਲ ਆਊਟਪੁੱਟ ਜਿਹਦੇ ਥਰੂ ਆਪਾਂ ਗਰੋ ਕਰ ਸਕਦੇ ਹਾਂ ਓਵਰ ਅ ਟਾਈਮ ਲਾਈਕ ਟੈਕਨੋਲੋਜੀਕਲ ਪ੍ਰੋਗਰੈਸ ਅਕਮੂਲੇਸ਼ਨ ਆਫ ਰਿਸੋਰਸਿਸ potential output does not depend upon the level of aggregate demand ਇਹ ਕਿਸ ਚੀਜ਼ ਤੇ ਡਿਪੈਂਡ ਕਰਦਾ एग्रीगेट डिमांड ਤੇ ਡਿਪੈਂਡ ਨਹੀਂ ਕਰਦਾ ਇਹ ਅਦਰ ਫੈਕਟਰਸ ਤੇ ਜਿਵੇਂ ਕਿ ਟੈਕਨੀਕਲ ਪ੍ਰੋਗਰੈਸ ਮਸ਼ੀਨਰੀ ਹੋ ਗਿਆ ਆਪਣਾ ਅਕਮੂਲੇਸ਼ਨ ਆਫ ਰਿਸੋਰਸਿਸ ਹੋ ਗਿਆ ਕਹਿੰਦੇ ਇਹਨਾਂ ਤੇ ਕੀ ਹੈ ਡਿਪੈਂਡ ਕਰਦਾ ਹੈ ਦਿਸ ਇਜ਼ ਦਾ ਆਊਟਪੁੱਟ ਗੈਪ ਜੋ ਕਿ ਪੋਜ਼ਿਟਿਵ ਤੇ ਨੈਗੇਟਿਵ ਹੋ ਸਕਦਾ ਹੈ ਤਾਂ ਦੋਹੇ ਡਾਇਗਰਾਮਸ ਦੇ ਵਿੱਚ ਆਪਾਂ ਦੇਖ ਚੁੱਕੇ ਹਾਂ ਪੈਨਲ A ਦੇ ਵਿੱਚ ਇਹ ਕੀ ਆ अपना नेगेटिव क्योंकि OY स्टार प्रोडक्शन कर सकते हैं लेकिन सिर्फ OY1 हो रही है एंड पैनल बी ਦੇ ਵਿੱਚ ਕੀ ਹੈ ਪੋਜ਼ਿਟਿਵ ਹੈ ਜਦਕਿ ਆਪਾਂ OY ਸਟਾਰ ਤੱਕ ਪ੍ਰੋਡਕਸ਼ਨ ਕਰ ਸਕਦੇ ਹਾਂ ਲੇਕਿਨ ਆਪਣੀ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ OY1 ਹੋ ਰਹੀ ਹੈ ਤਾਂ ਇਹ ਕੀ ਸਾਨੂੰ ਦੱਸ ਰਿਹਾ ਹੈ ਇਨਕਰੀਜ਼ ਇਨ ਪ੍ਰੋਡਕਸ਼ਨ ਦੱਸ ਰਿਹਾ ਹੈ ਪੋਜ਼ਿਟਿਵ ਇਫੈਕਟ ਦੱਸ ਰਿਹਾ ਹੈ ਠੀਕ ਹੈ ਇਹ ਸੀ ਆਪਣਾ ਸ਼ਾਰਟ ਰਨ ਇਕੁਇਲਿਬ੍ਰੀਅਮ ਤੇ ਉਸ ਤੋਂ ਬਾਅਦ ਲੌਂਗ ਰਨ ਇਕੁਇਲਿਬ੍ਰੀਅਮ ਆਪਾਂ ਨੇ ਦੇਖ ਚੁੱਕੇ ਹਾਂ ਦਿਸ ਇਜ਼ ਦਾ ਆਊਟਪੁੱਟ ਗੈਪ ਜੋ ਤੁਹਾਨੂੰ ਪਤਾ ਲੱਗਦਾ ਹੈ ਪੋਜ਼ਿਟਿਵ ਤੇ ਨੈਗੇਟਿਵ पोटेंशियल आउटपुट माइनस एक्चुअल आउटपुट पोटेंशियल आउटपुट की अपनी YA है एंड एक्चुअल आउटपुट कितनी है Y स्टार है तो दोनों ਨੂੰ माइनस करेंगे आउटपुट गैप ਸਾਨੂੰ पता लग जाएगा कि पॉजिटिव है जहां नेगेटिव है उसके बाद अपना नेक्स्ट टॉपिक है ਇੰਪੈਕਟ ਆਫ ਫਿਜ਼ੀਕਲ ਐਂਡ ਮੋਨਿਟਰੀ ਪਾਲਿਸੀ ਦੇਖੋ ਜਿਹੜੀ ਆਪਣੀ ਇਕਨੋਮੀ ਹੈ ਇਕਨੋਮੀ ਦੇ ਵਿੱਚ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਤੇ
ਮੋਨਿਟਰੀ ਐਂਡ ਫਿਜ਼ੀਕਲ ਪਾਲਿਸੀ ਦੋਨਾਂ ਦਾ ਕੀ ਆ ਅਫੈਕਟ ਪੈਂਦਾ ਹੈ, ਦੋਨੇ ਕੀ ਆ ਸੇਮ ਰੋਲ ਨੇ ਜਿਹੜਾ ਪਲੇ ਕਰਦੇ ਨੇ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆਪਾਂ ਨੇ ਕੀ ਦੇਖਿਆ ਸੀਗਾ, ਆਪਣੇ ਜਿਹੜੇ ਟੂ ਪਹਿਲੇ ਯੂਨਿਟ ਸੀ ਉਹਦੇ ਵਿੱਚ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦੇਖੀ ਸੀ, ਤੇ ਆਪਾਂ ਨੇ ਇਹ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਜਿਹੜਾ ਲੈਵਲ ਆਫ ਆਊਟਪੁੱਟ ਤੇ ਪ੍ਰਾਈਸਿਸ ਨੇ ਮੀਨਸ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਚੇਂਜ ਹੁੰਦੀ ਆ ਸ਼ਿਫਟ ਇਨ ਐਗਰੀਗੇਟ ਡਿਮਾਂਡ ਐਂਡ ਐਗਰੀਗੇਟ ਸਪਲਾਈ ਕਰਕੇ। ਤਾਂ ਤੁਸੀਂ ਦੇਖਿਆ ਸੀ ਕਿ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਹੈ ਜਿਹੜੀ ਦੋਨੇ ਨੇ ਜਿਹੜੀਆਂ ਇਹ ਰਾਈਟਵਰਡ ਤੇ ਲੈਫਟਵਰਡ ਸ਼ਿਫਟ ਹੁੰਦੀਆਂ ਨੇ, ਇਹਨਾਂ ਦੇ ਵਿੱਚ ਇਨਕਰੀਜ਼ ਤੇ ਡਿਕਰੀਜ਼ ਹੁੰਦਾ ਹੈ। ਤਾਂ ਇਹਨਾਂ ਦੇ ਲਈ ਕਈ ਰੀਜ਼ਨਸ ਨੇ ਜਿਹੜੇ ਉਹ ਹੋ ਸਕਦੇ ਨੇ, ਠੀਕ ਹੈ। ਆਪਾਂ ਉਹਨਾਂ ਦੀ ਗੱਲ ਕਰਾਂਗੇ। ਤਾਂ ਕਹਿੰਦੇ ਗਵਰਨਮੈਂਟ ਅੰਡਰ ਮੈਕਰੋ ਇਕਨੋਮਿਕਸ ਦੇ ਵਿੱਚ ਗਵਰਨਮੈਂਟ ਕਹਿੰਦੇ ਆਪਣਾ ਮੇਨ ਰੋਲ ਪਲੇ ਕਰਦੀ ਆ ਇਕਨੋਮਿਕ ਸਟੈਬਲਾਈਜੇਸ਼ਨ ਦੇ ਲਈ, ਇਕਨੋਮਿਕ ਇਕੁਇਲਿਬ੍ਰੀਅਮ ਦੇ ਲਈ। ਤਾਂ ਉਹਦੇ ਲਈ ਕਹਿੰਦੇ ਮੈਕਰੋ ਇਕਨੋਮਿਕਸ ਪਾਲਿਸੀਜ਼ ਨੇ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਨੇ ਥਰੂ ਗਵਰਨਮੈਂਟ ਥਰੂ ਫਰਮਸ। ਤਾਂ ਉਹ ਕਿਹੜੀਆਂ ਟੂ ਪਾਲਿਸੀਜ਼ ਨੇ, ਫਰਸਟ ਇਜ਼ ਦਾ ਫਿਜ਼ੀਕਲ ਪਾਲਿਸੀ ਐਂਡ ਸੈਕੰਡ ਇਜ਼ ਦਾ ਮੋਨਿਟਰੀ ਪਾਲਿਸੀ। ਕਹਿੰਦੇ ਦੋਨਾਂ ਪਾਲਿਸੀਜ਼ ਦਾ ਮੇਨ ਆਬਜੈਕਟਿਵ ਕੀ ਆ, ਇਜ਼ ਟੂ ਇਨਫਲੂਐਂਸ ਦਾ ਇਕਨੋਮੀ, ਕਿ ਆਪਣੀ ਇਕਨੋਮੀ ਦੇ ਇਨਫਲੂਐਂਸ ਪਾਉਣਾ ਜਿਹਦੇ ਥਰੂ ਸਟੇਬਲਾਈਜੇਸ਼ਨ ਲੈ ਕੇ ਆਂਦੀ ਜਾ ਸਕੇ, ਠੀਕ ਹੈ। ਤਾਂ ਉਸ ਤੋਂ ਬਾਅਦ ਕਹਿੰਦੇ ਮੈਕਰੋ ਇਕਨੋਮਿਕਸ ਵੇਰੀਏਬਲ ਸੱਚ ਐਸ ਇਕਨੋਮਿਕ ਗਰੋਥ, ਇਨਫਲੇਸ਼ਨ, ਇੰਪਲੋਇਮੈਂਟ ਜਨਰੇਸ਼ਨ ਜਿਹੜੀਆਂ ਮੋਸਟਲੀ ਇਹਨਾਂ ਤੇ ਪਾਲਿਸੀਜ਼ ਤੇ ਡਿਪੈਂਡ ਕਰਦੀ ਹੈ। ਫਿਜ਼ੀਕਲ ਪਾਲਿਸੀ ਕਹਿੰਦੇ ਕੀ ਕਰਦੀ ਹੈ, ਫਿਜ਼ੀਕਲ ਪਾਲਿਸੀ ਉਹ ਡਿਸੀਜਨਸ ਲੈਂਦੀ ਹੈ ਜਿਹਨਾਂ ਦੇ ਥਰੂ ਕਹਿੰਦੇ ਕੀ ਆ ਗਵਰਨਮੈਂਟ ਆਪਣੇ ਪਬਲਿਕ ਐਕਸਪੈਂਡੀਚਰ ਕਰਦੀ ਆ, ਠੀਕ ਹੈ, ਟੈਕਸਿਸ ਵਗੈਰਾ ਲਗਾਉਂਦੀ ਹੈ, ਕਿਉਂਕਿ ਗਵਰਨਮੈਂਟ ਦੇ ਕਹਿੰਦੇ ਫਿਜ਼ੀਕਲ ਪਾਲਿਸੀ ਗਵਰਨਮੈਂਟ ਦੇ ਬਜਟ ਨਾਲ ਰਿਲੇਟਡ ਹੈ, ਗਵਰਨਮੈਂਟ ਦੇ ਇਨਕਮ ਐਂਡ ਐਕਸਪੈਂਡੀਚਰ ਦੇ ਨਾਲ ਰਿਲੇਟਡ ਪਾਲਿਸੀ ਨੂੰ ਆਪਾਂ ਫਿਜ਼ੀਕਲ ਪਾਲਿਸੀ ਕਹਿੰਦੇ ਆ। ਤਾਂ ਗਵਰਨਮੈਂਟ ਕੀ ਕਰੇਗੀ, ਇੱਕ ਤਾਂ ਕਹਿੰਦੇ ਆਪਣੇ ਐਕਸਪੈਂਡੀਚਰਸ ਇਨਕਰੀਜ਼ ਕਰੇਗੀ ਕਿ ਕਿਹਨਾਂ ਚੀਜ਼ਾਂ ਦੇ, ਜਿਵੇਂ ਕਿ ਰੋਡ ਹੋ ਗਿਆ, ਟਰਾਂਸਪੋਰਟੇਸ਼ਨ ਹੋ ਗਿਆ, ਕਮਿਊਨੀਕੇਸ਼ਨਸ ਹੋ ਗਿਆ, ਹੈਲਥ ਹੋ ਗਿਆ, एजुकेशन हो गया। इस पे कोई भी प्राइवेट सेक्टर इन्वेस्ट नहीं कर सकता, इस पे सिर्फ गवर्नमेंट सेक्टर ही इन्वेस्ट करेगा फॉर द सोशल वेलफेयर, ठीक है। एंड दूसरा कहते फिजिकल पॉलिसी ਦੇ ਵਿੱਚ ਕਹਿੰਦੇ ਮੇਨ ਰੋਲ ਪਲੇ ਕਰਦੇ ਨੇ ਦੈਟ ਇਜ਼ ਅ ਟੈਕਸ ਬਰਡਨ। ਤਾਂ ਟੈਕਸਿਸ ਦੇ ਵਿੱਚ ਇਨਕਰੀਜ਼ ਤੇ ਡਿਕਰੀਜ਼ ਹੋਣ ਦੇ ਨਾਲ ਵੀ ਜਿਹੜੀ ਐਗਰੀਗੇਟ ਡਿਮਾਂਡ ਹੈ ਤੇ ਐਗਰੀਗੇਟ ਸਪਲਾਈ ਹੈ ਉਸ ਚੀਜ਼ ਤੇ ਅਫੈਕਟ ਪੈਂਦਾ ਹੈ। अगर तो टैक्सिस वगैरह इंक्रीज ने तो एग्रीगेट जी सप्लाई और डिक्रीज होएगी, अगर टैक्सिस डिक्रीज ने तो एग्रीगेट सप्लाई इंक्रीज होएगी, क्योंकि लोगों के हत्थों के विच पैसा जाएगा, चीप मनी पॉलिसी जी अपनाई जाएगी जिहदे थ्रू की ਜਿਹੜੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਤੇ ਪ੍ਰੋਡਿਊਸਰ ਐਕਸਪੈਂਡੀਚਰ ਨੇ ਉਹ ਕੀ ਹੋਣਗੇ, ਇਨਕਰੀਜ਼ ਹੋਣਗੇ। ਤੇ ਦੂਸਰਾ ਸੀਗਾ ਆਪਣਾ ਮੋਨਿਟਰੀ ਪਾਲਿਸੀ। ਮੋਨਿਟਰੀ ਪਾਲਿਸੀ ਕਿਸ ਚੀਜ਼ ਦਾ ਨਾਲ ਰਿਲੇਟਡ ਹੈ, ਇਹ ਸੈਂਟਰਲ ਬੈਂਕ ਆ ਜਿਹੜਾ ਆਪਣਾ ਆਰਬੀਆਈ, ਠੀਕ ਹੈ, ਤਾਂ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਨਾਲ ਰਿਲੇਟ ਕਰਦੀ ਹੈ ਮੋਨਿਟਰੀ ਪਾਲਿਸੀ। ਤਾਂ ਮੋਨਿਟਰੀ ਪਾਲਿਸੀ ਦੇ ਵਿੱਚ ਕਹਿੰਦੇ ਆਪਣੀਆਂ ਬੈਂਕਸ ਨਾਲ ਰਿਲੇਟਡ, ਗਵਰਨਮੈਂਟ ਨਾਲ ਰਿਲੇਟਡ ਉਹ ਪਾਲਿਸੀਜ਼ ਨੇ ਜਿਨ੍ਹਾਂ ਦੇ ਥਰੂ ਕ੍ਰੈਡਿਟ ਕ੍ਰੀਏਸ਼ਨ ਕੀਤਾ ਜਾਂਦਾ ਹੈ। ਤਾਂ ਫਿਰ ਦੋ ਪਾਲਿਸੀਜ਼ ਆਪਾਂ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਆ ਦ ਗਵਰਨਮੈਂਟਸ ਆਰ authorized agency uses the instruments of both monetary and physical policy to realize the desired objectives। ਤਾਂ ਇਕਨੋਮਿਕ ਆਬਜੈਕਟਿਵਸ ਨੂੰ ਪੂਰਾ ਕਰਨ ਦੇ ਲਈ ਗਵਰਨਮੈਂਟ ਦੇ ਥਰੂ ਮੋਨਿਟਰੀ ਐਂਡ ਫਿਜ਼ੀਕਲ ਪਾਲਿਸੀ ਦੋਨੇ ਇਸ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। ਕਹਿੰਦੇ ਮੋਸਟਲੀ ਜਿਹੜਾ ਬਿਜ਼ਨਸ ਸਾਈਕਲਸ ਆਉਂਦਾ ਉਹਦੇ 4 ਫੇਸ ਹੁੰਦੇ ਨੇ ਆਪਣੀ ਇਕਨੋਮੀ ਦੇ ਵਿੱਚ, ਬੂਮ, ਰਿਸੈਸ਼ਨ, ਰਿਕਵਰੀ, ਡਿਪਰੈਸ਼ਨ, ਠੀਕ ਹੈ। ਤਾਂ ਕਹਿੰਦੇ ਕੀ ਹੁੰਦਾ ਹੈ, ਲੇਕਿਨ ਇਹਦੇ ਵਿੱਚ ਮੇਨ 2 ਪਾਰਟਸ ਦਿੱਤੇ ਹੋਏ ਨੇ, 2 ਫੇਸਿਸ। ਫਰਸਟ ਇਜ਼ ਦਾ ਜਿਹਦੇ ਵਿੱਚ ਪ੍ਰਾਈਸਿਸ ਬਹੁਤ ਜ਼ਿਆਦਾ ਹਾਈ ਹੁੰਦੀਆਂ ਨੇ ਤੇ ਡਿਮਾਂਡ ਬਹੁਤ ਘੱਟ ਹੁੰਦੀ ਹੈ, ਮੀਨਸ ਜਿਹਨੂੰ ਆਪਾਂ ਇਨਫਲੇਸ਼ਨ ਕਹਿੰਦੇ ਆ, ਇਨਫਲੇਸ਼ਨਰੀ ਗੈਪ, ਠੀਕ ਹੈ। ਐਂਡ ਸੈਕੰਡ ਕੀ ਹੈ ਜਿਹਨੂੰ ਆਪਾਂ ਬੂਮ ਵੀ ਕਹਿੰਦੇ ਆ। ਸੈਕੰਡ ਇਜ਼ ਅ ਸਿਚੁਏਸ਼ਨਸ ਜਿਹਦੇ ਵਿੱਚ ਕਹਿੰਦੇ ਕੀ ਆ ਪ੍ਰਾਈਸਿਸ ਬਹੁਤ ਜ਼ਿਆਦਾ ਡਾਊਨ ਹੁੰਦੀਆਂ ਨੇ ਤੇ ਐਗਰੀਗੇਟ ਡਿਮਾਂਡ ਵੀ ਡਿਕਰੀਜ਼ ਹੁੰਦੀ ਹੈ ਤੇ ਫੁੱਲੀ ਇੰਪਲੋਇਮੈਂਟ ਵੀ ਨਹੀਂ ਹੁੰਦੀ, ਅਨਇੰਪਲੋਇਮੈਂਟ ਵੀ ਇਨਕਰੀਜ਼ ਹੁੰਦੀ ਆ, that is a recession period, ठीक है। ਤਾਂ ਰਿਸੈਸ਼ਨਸ ਦੇ ਵਿੱਚ ਵੀ ਕਹਿੰਦੇ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਐਂਡ ਐਗਰੀਗੇਟ ਸਪਲਾਈ ਹੋ ਕੀ ਹੈਗੀ, ਅਫੈਕਟ ਹੋਏਗੀ। ਤਾਂ ਇਹਨਾਂ ਦੋ ਜਿਹੜੀਆਂ ਹੈ ਜਿਹੜੀਆਂ ਸਿਚੁਏਸ਼ਨਸ ਨੇ, ਪਾਲਿਸੀਜ਼ ਨੇ, ਉਹਨਾਂ ਦੇ ਵਿੱਚ ਕਹਿੰਦੇ ਡਿਫਰੈਂਟ ਜਿਹੜੇ ਮੈਜਰਸ ਨੇ ਉਹ ਯੂਜ਼ ਕੀਤੇ ਜਾਂਦੇ ਨੇ। ਫਰਸਟ ਹੈਗੇ ਜਿਵੇਂ ਕਿ ਐਕਸਪੈਂਸ਼ਨਰੀ ਪਾਲਿਸੀ। ਐਕਸਪੈਂਸ਼ਨਰੀ ਪਾਲਿਸੀ ਦੇ ਵਿੱਚ ਕਹਿੰਦੇ ਕੀ ਆ, ਜਿਹੜੀ ਚੀਪ ਮਨੀ ਪਾਲਿਸੀ ਯੂਜ਼ ਕੀਤੀ ਜਾਂਦੀ ਆ। ਅਗਰ ਫਿਜ਼ੀਕਲ ਪਾਲਿਸੀ ਦੀ ਗੱਲ ਕਰੀਏ ਤਾਂ ਟੂ ਫਿਜ਼ੀਕਲ ਪਾਲਿਸੀ ਮੇਜਰ ਨੇ ਆਪਣੇ ਫਿਜ਼ੀਕਲ ਪਾਲਿਸੀ ਦੇ ਵਿੱਚ ਗਵਰਨਮੈਂਟ ਦੇ। ਤਾਂ ਗਵਰਨਮੈਂਟ 2 ਮੇਜਰਸ ਨੂੰ ਯੂਜ਼ ਕਰਦੀ ਆ ਫॉर ਦਾ ਸਟੈਬਲਾਈਜੇਸ਼ਨ ਇਨ ਇਕਨੋਮੀ। ਫਰਸਟ ਕਹਿੰਦੇ ਮੇਜਰ ਕੀ ਆਪਣਾ ਫਰਸਟ ਵੇਰੀਏਬਲ ਕੀ ਆ,
ਗਵਰਨਮੈਂਟ ਪਰਚੇजेस ਕਹਿੰਦੇ ਗਵਰਨਮੈਂਟ ਪਰਚੇजेस ਕਰਦੀ ਹੈ ਗੁੱਡਸ ਐਂਡ ਸਰਵਿਸਿਜ਼ ਨੂੰ ਤੇ ਜਿਨ੍ਹਾਂ ਨੂੰ ਉਹ ਕੀ ਕਰਦੀ ਹੈ ਉਹਨਾਂ ਤੇ ਐਕਸਪੈਂਡੀਚਰ ਕਰਦੀ ਹੈ ਠੀਕ ਹੈ ਗੁੱਡਸ ਐਂਡ ਸਰਵਿਸਿਜ਼ ਤੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਦੀ ਆ ਟੂ ਦਾ ਪੂਅਰ ਪੀਪਲਸ ਐਂਡ ਸੈਕੰਡ ਇਜ਼ ਅ ਟੈਕਸ ਰੇਟ ਸੈਕੰਡ ਕੇ ਟੈਕਸ ਰੇਟ ਜੋ ਕਹਿੰਦੇ ਗਵਰਨਮੈਂਟ ਡਾਇਰੈਕਟ ਐਂਡ ਇਨਡਾਇਰੈਕਟ ਜਿਹੜੇ ਟੈਕਸਿਸ ਨੇ ਉਹ ਲੋਕਾਂ ਤੇ ਲਗਾਉਂਦੀ ਤੇ ਜਿਨ੍ਹਾਂ ਦੇ ਥਰੂ ਗਵਰਨਮੈਂਟ ਨੂੰ ਕੀ ਹੈ ਇਨਕਮ ਇਕੱਠੀ ਹੁੰਦੀ ਆ ਤੇ ਫਿਜ਼ੀਕਲ ਪਾਲਿਸੀ ਗਵਰਨਮੈਂਟ ਦੇ ਐਕਸਪੈਂਡੀਚਰ ਤੇ ਇਨਕਮ ਨਾਲ ਰਿਲੇਟ ਕਰਦੀ ਆ ਤਾਂ ਆਪਾਂ ਦੇਖਦੇ ਕਿ ਕਿਸ ਤਰ੍ਹਾਂ ਜਿਹੜੀ ਇਹ ਟੂ ਵੇਰੀਏਬਲਸ ਨੇ ਆਪਣਾ ਟੈਕਸ ਰੇਟ ਐਂਡ ਜਿਹੜਾ ਆਪਣਾ ਗਵਰਨਮੈਂਟ ਪਰਚੇजेस ਹੈ ਗਵਰਨਮੈਂਟ ਐਕਸਪੈਂਡੀਚਰ ਹੈ ਉਹ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਨੂੰ ਅਫੈਕਟ ਕਰਦਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਗਵਰਨਮੈਂਟ ਐਕਸਪੈਂਡੀਚਰ ਐਂਡ ਨੈਟ ਜਿਹੜੇ ਟੈਕਸਿਸ ਨੇ ਉਹਨਾਂ ਦੀ ਗੱਲ ਕਰਦੇ ਆ ਐਗਰੀਗੇਟ ਸਪਲਾਈ ਤੇ ਕਿ ਕਿਸ ਤਰ੍ਹਾਂ ਅਫੈਕਟ ਕਰੇਗਾ ਕਹਿੰਦੇ ਅਗਰ ਜਿਹੜੀ ਫਿਜ਼ੀਕਲ ਪਾਲਿਸੀ ਹੈ ਐਕਸਪੈਂਸ਼ਨਰੀ ਆ ਮੀਨਸ ਗਵਰਨਮੈਂਟ ਦੀ ਜਿਹੜੀਆਂ ਸਪੈਂਡਿੰਗ ਆ ਉਹ ਡੇ ਬਾਈ ਡੇ ਇਨਕਰੀਜ਼ ਹੋ ਰਹੀ ਹੈ ਗਵਰਨਮੈਂਟ ਦੀ ਸਪੈਂਡਿੰਗ ਇਨਕਰੀਜ਼ ਹੋ ਰਹੀ ਹੈ ਗਵਰਨਮੈਂਟ ਦੇ ਐਕਸਪੈਂਡੀਚਰ ਇਨਕਰੀਜ਼ ਹੋ ਰਹੇ ਨੇ ਠੀਕ ਹੈ ਤੇ ਜਿਹੜੇ ਦੂਸਰੀ ਤਰਫ ਟੈਕਸ ਨੇ ਜਿਹੜੇ ਰਿਡਿਊਸ ਹੋ ਰਹੇ ਨੇ ਟੈਕਸ ਨੇ ਜਿਹੜੇ ਉਹ ਦਿਨ ਪਰ ਦਿਨ ਘਟਦੇ ਜਾ ਰਹੇ ਨੇ ਤਾਂ ਇਹਨੂੰ ਕੀ ਕਿਹਾ ਜਾਂਦਾ ਹੈ ਐਕਸਪੈਂਸ਼ਨਰੀ ਫਿਜ਼ੀਕਲ ਪਾਲਿਸੀ ਕਿਹਾ ਜਾਂਦਾ ਹੈ ਜਿਹਦੇ ਥਰੂ ਕੀ ਹੋਏਗਾ ਕਹਿੰਦੇ ਪੀਪਲਸ ਦੇ ਕੋਲ ਮੋਰ ਡਿਸਪੋਜ਼ਲ ਇਨਕਮ ਕੀ ਆ ਬਚੇਗੀ ਫॉर एग्जांपल ਕਿਸੇ ਪਰਸਨ ਦੀ ਜਿਹੜੀ ਹੈ ਸੈਲਰੀ ਉਹ ਕਿੰਨੀ ਹੈ 10000 ਹੈ ਗਵਰਨਮੈਂਟ ਦੇ ਟੈਕਸ ਪਹਿਲਾਂ ਕਿੰਨੇ ਸੀ 20% ਸੀ ਇਸ 2000 ਉਸ ਨੂੰ 10000 ਦੇ ਵਿੱਚੋਂ ਪੇ ਕਰਨਾ ਪੈਂਦਾ ਸੀ ਟੈਕਸ ਦੇ ਲਈ ਗਵਰਨਮੈਂਟ ਨੂੰ ਤਾਂ 8000 ਰਹਿੰਦਾ ਸੀਗਾ ਲੇਕਿਨ ਹੁਣ ਕੀ ਆ ਉਹਨੇ ਆਪਣਾ ਟੈਕਸ ਰੇਟ ਘਟਾ ਕੇ ਸਿਰਫ ਕੀ ਕਰ ਦਿੱਤਾ 10% ਕਰ ਦਿੱਤਾ ਗਵਰਨਮੈਂਟ ਨੇ ਤਾਂ ਇਹਦੇ ਥਰੂ ਕੀ ਆ ਹੁਣ ਸਿਰਫ 1000 ਹੀ 10000 ਦੇ ਵਿੱਚੋਂ ਟੈਕਸ ਦੇ ਲਈ ਗਵਰਨਮੈਂਟ ਨੂੰ ਦੇਣਾ ਪਏਗਾ 9000 ਆ ਜਿਹੜਾ ਉਹ ਪੀਪਲ ਦੇ ਕੋਲ ਰਹੇਗਾ ਤਾਂ ਇਹਦੇ ਥਰੂ ਕੀ ਐਕਸਪੈਂਸ਼ਨਰੀ ਪਾਲਿਸੀ ਦੇ ਥਰੂ ਮਨੀ ਦੀ ਸਪਲਾਈ ਜਿਹੜੀ ਹੈ ਇਨਕਰੀਜ਼ ਹੁੰਦੀ ਆ ਮਤਲਬ ਕੀ ਗਵਰਨਮੈਂਟ ਦੇ ਐਕਸਪੈਂਡੀਚਰ ਵੀ ਇਨਕਰੀਜ਼ ਹੁੰਦੇ ਨੇ ਗਵਰਨਮੈਂਟ ਐਕਸਪੈਂਡੀਚਰਸ ਕਿਸ ਲਈ ਕਰੇਗੀ ਸੋਸ਼ਲ ਵੈਲਫੇਅਰ ਦੇ ਲਈ ਕਰੇਗੀ ਸੁਸਾਇਟੀ ਦੇ ਲਈ ਕਰੇਗੀ ਕਾਮਨ ਥਿੰਗਸ ਤੇ ਕਰੇਗੀ ਜਿਵੇਂ ਕਿ ਰੋਡਸ ਹੋ ਗਿਆ ਕम्युनिकेशन हो गया ट्रांसपोर्ट हो गया अपने ब्रिज हो गए ठीक है इलेक्ट्रिसिटी हो गया इन्हें सब ते कहते जो गवर्नमेंट है वो एक्सपेंडिचर करेगी जिससे थ्रू पीपल से कोल की जी डिस्पोजल इनकम ज्यादा बचेगी तो वो डिस्पोजल इनकम ਨੂੰ ਕਿਸ ਦੇ ਲਈ ਯੂਜ਼ ਕਰਨਗੇ ਜਿਹੜੇ ਕੰਜ਼ਿਊਮਰਸ ਨੇ ਉਹ ਕੰਜ਼ੰਪਸ਼ਨ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਪ੍ਰੋਡਿਊਸਰਸ ਨੇ ਉਹ ਪ੍ਰੋਡਕਸ਼ਨ ਦੇ ਲਈ ਯੂਜ਼ ਕਰਨਗੇ ਤਾਂ ਫਿਰ ਦੋਹੇ ਤਰ੍ਹਾਂ ਦੇ ਜਿਹੜੇ ਐਕਸਪੈਂਡੀਚਰਸ ਨੇ ਉਹ ਇਨਕਰੀਜ਼ ਹੋਣਗੇ किस चीज से कंजम्पशन गुड्स से भी एंड प्रोड्यूसर गुड्स से भी ठीक है तो गवर्नमेंट स्पेंडिंग भी इंक्रीज होएगी तो जिदे थ्रू की अपनी एग्रीगेट डिमांड क्योंकि एग्रीगेट डिमांड ਦੇ ਵਿੱਚ ਕੀ ਨੇ ਸਾਰੇ ਐਕਸਪੈਂਡੀਚਰਸ ਨੇ ਜੋ ਇਕਨੋਮੀ ਦੇ ਵਿੱਚ ਕੀਤੇ ਜਾਂਦੇ ਨੇ ਠੀਕ ਹੈ ਐਕਸਪੈਂਡੀਚਰਸ ਦੇ ਥਰੂ ਜਿਹੜੀ ਹੈ ਐਗਰੀਗੇਟ ਡਿਮਾਂਡ ਕੀਤੀ ਜਾਂਦੀ ਆ ਤਾਂ ਐਗਰੀਗੇਟ ਡਿਮਾਂਡ ਵੀ ਕੀ ਹੈ ਇਨਕਰੀਜ਼ ਹੋਏਗੀ ਇਨ ਦਾ ਐਕਸਪੈਂਸ਼ਨਰੀ ਪਾਲਿਸੀ ਜਿਹਦੇ ਥਰੂ ਕੀ ਆਪਣੇ ਪ੍ਰਾਈਸਿਸ ਵੀ ਕੀ ਹੋਣਗੇ ਰਾਈਜ਼ ਹੋਣਗੇ ਦੂਸਰੀ ਤਰਫ ਅਗਰ ਗਵਰਨਮੈਂਟ ਨੇ ਕੀ ਕਰਤਾ टैक्सिस वगैरह इंक्रीज कर दिते ते ਜਿਹੜੀ ਹੈ ਆਪਣੀ ਕੰਟਰੈਕਸ਼ਨਸ ਫਿਜ਼ੀਕਲ ਪਾਲਿਸੀ ਯੂਜ਼ ਕੀਤੀ ਆ ਗਵਰਨਮੈਂਟ ਸਪੈਂਡਿੰਗ ਜਿਹੜੇ ਐਕਸਪੈਂਡੀਚਰ ਘਟਾਤੇ ਤੇ ਟੈਕਸ ਰੇਟ ਇਨਕਰੀਜ਼ ਕਰਤੇ ਟੈਕਸ 10 to 20 ਕਰ ਦਿੱਤਾ डायरेक्ट टैक्सेस ठीक है तो ਜਿਹਦੇ ਥਰੂ ਕੀ ਹੋਏਗਾ ਆਪਣੀ ਐਗਰੀਗੇਟ ਡਿਮਾਂਡ ਤੇ ਇਫੈਕਟ ਪਏਗਾ ਐਗਰੀਗੇਟ ਡਿਮਾਂਡ ਆਪਣੀ ਡਿਕਰੀਜ਼ ਹੋ ਜਾਏਗੀ ਤੇ ਪ੍ਰਾਈਸਿਸ ਵੀ ਕੀ ਹੋਣਗੀਆਂ ਡਿਕਰੀਜ਼ ਹੋਣਗੀਆਂ ਤੇ ਉਸ ਦੇ ਨਾਲ ਨਾਲ ਸਪਲਾਈ ਵੀ ਕੀ ਹੈ ਡਿਕਰੀਜ਼ ਹੋਏਗੀ ਇਸ ਤਰ੍ਹਾਂ ਜਿਹੜੀ ਆਪਣੀ ਫਿਜ਼ੀਕਲ ਪਾਲਿਸੀ ਉਹ ਕੀ ਕਰੇਗੀ वर्क करेगी दूसरी तरफ है अपनी मॉनेटरी पॉलिसी ਤਾਂ ਮੋਨੇਟਰੀ ਪਾਲਿਸੀ ਕਹਿੰਦੇ ਕਿ ਆ ਮਨੀ ਨਾਲ ਰਿਲੇਟਡ ਹੈ ਤਾਂ ਇਹਦੇ ਵਿੱਚ ਮਨੀ ਦੀ ਸਪਲਾਈ ਨੂੰ ਇਨਕਰੀਜ਼ ਤੇ ਡਿਕਰੀਜ਼ ਕੀਤਾ ਜਾਂਦਾ ਹੈ ਤਾਂ ਇਹਨੂੰ ਮੋਸਟਲੀ ਰੈਗੂਲੇਟ ਕੌਣ ਕਰਦਾ ਬੈਂਕਰ ਆਫ ਦਾ ਬੈਂਕਸ ਮੀਨਸ ਕੀ ਆ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਤੇ ਉਹਦੇ ਥਰੂ ਜਿਹੜੇ ਕਮਰਸ਼ੀਅਲ ਬੈਂਕਸ ਨੇ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ ਕਿ ਕਿੰਨੀ ਕ੍ਰੈਡਿਟ ਕ੍ਰੀਏਸ਼ਨ ਕਰਨੀ ਆ ਤੇ ਰੇਟ ਆਫ ਇੰਟਰਸਟ ਕਿੰਨਾ ਹੋਣਾ ਚਾਹੀਦਾ ਹੈ ਸੀਆਰਆਰ ਕੈਸ਼ ਰਿਜ਼ਰਵ ਰੇਸ਼ੋ ਕਿੰਨੀ ਹੋਣੀ ਚਾਹੀਦੀ ਹੈ ਰੈਪੋ ਰੇਟ ਕਿੰਨੀ ਹੋਣੀ ਚਾਹੀਦੀ ਹੈ ਬੈਂਕ ਰੇਟ ਕਿੰਨਾ ਹੋਣਾ ਚਾਹੀਦਾ विस रेट ऑफ इंटरेस्ट कितना होना चाहिए है ठीक है क्योंकि रेट ऑफ इंटरेस्ट से जी मनी की सप्लाई है वो की डिपेंड करती है मनी की डिमांड भी रेट ऑफ इंटरेस्ट से की डिपेंड करती है ਤਾਂ ਫਿਰ ਮੋਨੇਟਰੀ ਪਾਲਿਸੀ ਦੇ ਵਿੱਚ ਕਹਿੰਦੇ ਟੂ ਇਨਸਟਰੂਮੈਂਟਸ ਯੂਜ਼ ਕੀਤੇ ਜਾਂਦੇ ਨੇ ਟੂ ਵੇਰੀਏਬਲਸ ਯੂਜ਼ ਕੀਤੇ ਜਾਂਦੇ ਨੇ ਇੱਕ ਤਾਂ ਮਨੀ ਸਪਲਾਈ ਠੀਕ ਹੈ ਜੋ ਬੈਂਕਸ ਦੇ ਥਰੂ ਕੀਤੀ ਜਾਂਦੀ ਆ ਬੈਂਕਸ ਜੋ ਕ੍ਰੈਡਿਟ ਕ੍ਰੀਏਸ਼ਨ ਕਰਦੇ ਨੇ ਦਿਸ ਇਜ਼ ਦਾ ਕੁਆਂਟੀਟੀ ਆਫ ਮਨੀ ਸਪਲਾਈਡ ਜਿਹਨੂੰ M1 ਕਹਿੰਦੇ ਆ ਜਿਹਦੇ ਵਿੱਚ coin notes paper money सब कुछ आता है एंड दूसरा है इंटरेस्ट रेट कहते टू वेरिएबल्स ਨੂੰ ਮੋਨੇਟਰੀ ਪਾਲਿਸੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਕੁਆਂਟੀਟੀ ਆਫ ਮਨੀ ਐਂਡ ਆਪਣੀ ਹੈ ਇੰਟਰਸਟ ਰੇਟ ਤਾਂ ਕਹਿੰਦੇ ਕੀ ਹੁੰਦਾ ਹੈ ਅਗਰ ਤਾਂ ਕਹਿੰਦੇ ਚੀਪ ਮੋਨੇਟਰੀ ਪਾਲਿਸੀ ਹੈ ਮਤਲਬ ਚੀਪ ਮੋਨੇਟਰੀ ਪਾਲਿਸੀ ਹੈ ਗਵਰਨਮੈਂਟ ਦੇ ਥਰੂ ਆਪਣੇ ਬੈਂਕਸ ਨੇ ਜਿਹੜੇ ਉਹਨਾਂ ਦੇ ਥਰੂ ਜਿਹੜੀ ਹੈ ਕ੍ਰੈਡਿਟ ਕ੍ਰੀਏਸ਼ਨ ਜ਼ਿਆਦਾ ਕੀਤੀ ਜਾਂਦੀ ਹੈ ਮਨੀ ਦੀ ਸਪਲਾਈ ਜ਼ਿਆਦਾ ਕੀਤੀ ਜਾਂਦੀ ਹੈ ਮੀਨਸ ਰੇਟ ਆਫ ਇੰਟਰਸਟ ਘੱਟ ਰੱਖਿਆ ਜਾਂਦਾ ਹੈ ਸੀਆਰਆਰ ਘੱਟ ਹੈ ਬੈਂਕ ਰੇਟ ਰੈਪੋ ਰੇਟ ਘੱਟ ਹੈ ਤਾਂ ਮਨੀ ਦੀ ਸਪਲਾਈ ਜ਼ਿਆਦਾ ਹੋਏਗੀ ਠੀਕ ਹੈ ਤਾਂ ਮਨੀ ਦੀ ਸਪਲਾਈ ਜ਼ਿਆਦਾ ਹੋਣ ਦੇ ਨਾਲ ਐਗਰੀਗੇਟ ਡਿਮਾਂਡ ਜ਼ਿਆਦਾ ਹੋਏਗੀ
ਤਾਂ ਐਗਰੀਗੇਟ ਡਿਮਾਂਡ ਦੇ ਨਾਲ ਪ੍ਰਾਈਸ ਵੀ ਇਨਕਰੀਜ਼ ਹੋਏਗੀ ਤੇ ਨਾਲ ਨਾਲ ਇਨਵੈਸਟਮੈਂਟ ਵੀ ਇਨਕਰੀਜ਼ ਹੋਏਗੀ, ਸਪਲਾਈ ਵੀ ਕੀ ਆ ਇਨਕਰੀਜ਼ ਹੋਏਗੀ। ਮਿਸ ਪੋਜ਼ਿਟਿਵ ਇਫੈक्ट्स ਜਾਣਗੇ। ਐਂਡ ਦੂਸਰੀ ਤਰਫ ਕਹਿੰਦੇ ਅਗਰ ਕੀਆ ਜਿਹੜੀ ਹੈ ਕੰਟਰੈਕਸ਼ਨ ਮੋਨਟਰੀ ਪਾਲਿਸੀ ਅਪਣਾਈ ਗਈ ਹੈ, ਐਕਸਪੈਂਸਿਵ ਮੋਨਟਰੀ ਪਾਲਿਸੀ ਅਪਣਾਈ ਗਈ ਹੈ, ਇਹਦੇ ਥਰੂ ਕੀ ਆ ਜਿਹੜੇ ਆਪਣੇ ਆਰਬੀਆਈ ਔਰ ਥਰੂ ਸੀਆਰਆਰ ਵਧੇਗੀ, ਕੈਸ਼ ਰਿਜ਼ਰਵ ਰੇਸ਼ੋ ਜੋ ਆਪਣੇ ਕਮਰਸ਼ੀਅਲ ਬੈਂਕ ਨੇ ਉਹ ਕੈਸ਼ ਦੇ ਫਾਰਮ ਦੇ ਵਿੱਚ ਆਪਣੇ ਕੋਲ ਪੈਸਾ ਜ਼ਿਆਦਾ ਰੱਖਣਗੇ ਤੇ ਲੋਨ ਦੇ ਲਈ ਘੱਟ ਦੇਣਗੇ। ਦੂਸਰੀ ਤਰਫ ਰੇਟ ਆਫ ਇੰਟਰਸਟ ਵਧੇਗਾ, ਰੇਟ ਆਫ ਇੰਟਰਸਟ ਵਧਣ ਦੇ ਨਾਲ ਕੀ ਆ ਜਿਹੜੀ ਪੈਸੇ ਦੀ ਡਿਮਾਂਡ ਆ ਉਹ ਡਿਕਰੀਜ਼ ਹੋਏਗੀ, ਠੀਕ ਹੈ, ਕਿਉਂਕਿ ਆਪਣੀ ਮਨੀ ਦੀ ਕਾਸਟ ਜ਼ਿਆਦਾ ਇਨਕਰੀਜ਼ ਹੋਗੀ, ਜਿਹਦੇ ਕਰਕੇ ਕਹਿੰਦੇ ਕੰਜ਼ਿਊਮਰ ਤੇ ਪ੍ਰੋਡਿਊਸਰਸ ਕਲਾਸ ਤੇ ਅਫੈਕਟ ਪਏਗਾ। ਕੰਜ਼ਿਊਮਰ ਐਕਸਪੈਂਡੀਚਰ ਤੇ ਪ੍ਰੋਡਿਊਸਰ ਐਕਸਪੈਂਡੀਚਰ ਜਿਹੜਾ ਉਹ ਘਟਣਾ ਸਟਾਰਟ ਹੋ ਜਾਏਗਾ, ਜਿਹਦੇ ਨਾਲ ਐਗਰੀਗੇਟ ਡਿਮਾਂਡ ਘਟੇਗੀ ਤੇ ਜਿਹੜੀ ਆਪਣੀ ਐਗਰੀਗੇਟ ਸਪਲਾਈ ਤੇ ਪ੍ਰਾਈਸ ਵੀ ਕੀ ਆ ਉਹ ਡਾਊਨ ਹੋਏਗੀ। ਇਸ ਤਰ੍ਹਾਂ ਫਿਜ਼ੀਕਲ ਪਾਲਿਸੀ ਦੇ ਵਿੱਚ ਐਕਸਪੈਂਸ਼ਨਰੀ ਪਾਲਿਸੀ यूज की जाती है, कॉन्ट्रैक्शनरी पॉलिसी एंड जी अपनी मॉनेटरी पॉलिसी और चीप मनी पॉलिसी एंड एक्सपेंसिव मनी पॉलिसी जी यूज की जाती है, जिसके थ्रू एग्रीगेट डिमांड ते एग्रीगेट सप्लाई दोनों दे इफेक्ट पेगा। एग्रीगेट सप्लाई भी एक्सपेंशनरी है अपनी फिजिकल पॉलिसी एंड चीप मनी पॉलिसी दे थ्रू एग्रीगेट सप्लाई इंक्रीज होएगी ते एग्रीगेट डिमांड भी। लेकिन जड़ा है एक्सपेंसिव मॉनेटरी पॉलिसी एंड अपना दूसरी तरफ है कॉन्ट्रैक्शनरी फिजिकल पॉलिसी, थ्रू एग्रीगेट डिमांड ते एग्रीगेट सप्लाई किया डिक्रीज होएगी, प्राइसेस भी डिक्रीज होਣਗੇ, ਜਿਨ੍ਹਾਂ ਦੇ ਥਰੂ ਤੁਸੀਂ ਇਹਨਾਂ ਦੋਨਾਂ ਡਾਇਗਰਾਮਸ ਦੇ ਵਿੱਚ ਇਹਨਾਂ ਦੇ ਇਫੈਕਟ ਦੇਖ ਸਕਦੇ ਹੋ ਮੋਨਟਰੀ ਐਂਡ ਫਿਜ਼ੀਕਲ ਪਾਲਿਸੀ ਦੇ। the effect of expansionary policy on equilibrium output and prices, ਤਾਂ ਇਹਦੇ ਵਿੱਚ ਐਕਸਪੈਂਸ਼ਨਰੀ ਪਾਲਿਸੀ ਦੀ ਗੱਲ ਕੀਤੀ ਗਈ ਆ, ਗਵਰਨਮੈਂਟ ਦੀ ਜਿਹੜੀ ਹੈ ਫਿਜ਼ੀਕਲ ਪਾਲਿਸੀ ਦੀ ਗੱਲ ਕੀਤੀ ਗਈ ਆ ਕਿ ਗਵਰਨਮੈਂਟ ਦੇ ਐਕਸਪੈਂਡੀਚਰਸ ਨੇ ਜਿਹੜੇ ਉਹ ਇਨਕਰੀਜ਼ ਹੋ ਰਹੇ ਨੇ ਜਾਂ ਡਿਕਰੀਜ਼ ਹੋ ਰਹੇ ਨੇ। ਤਾਂ ਇਹਦੇ ਵਿੱਚ ਟੂ ਪੈਨਲਸ ਨੇ, ਪੈਨਲ ਏ ਆ ਤੇ ਪੈਨਲ ਬੀ ਆ। ਤਾਂ ਇਹਨਾਂ ਦੋਨਾਂ ਪੈਨਲਸ ਦੇ ਥਰੂ ਆਪਾਂ ਪੜਾਂਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਉਹ ਐਕਸ ਐਕਸਿਸ ਤੇ ਆਊਟਪੁੱਟ ਐਂਡ ਇਨਕਮ ਹੈ, ਉਹ ਵਾਈ ਤੇ ਪ੍ਰਾਈਸ ਲੈਵਲ ਹੈ। ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਇਹ ਕੀ ਹੈ ਲੈਫਟ ਰਾਈਟ ਆਊਟਵਰਡ ਹੈ। एंड द एग्रीगेट डिमांड कर्व है इनिशियल दैट इज अ AD1। हुन इक्विलिब्रियम दी पोजीशन किथे है जिथे AS इज इक्वल टू AD है, ता E1 इज अ इक्विलिब्रियम पोजीशन जिथे जेड़ा इक्विलिब्रियम प्राइस है OP1 फिक्स किया गया है ते इक्विलिब्रियम जेड़ी आउटपुट है वो कितनी है OY0 है। मान लो हुन गवर्नमेंट ने किया एक्सपेंशनरी फिजिकल पॉलिसी यूज की, गवर्नमेंट ने जेडे अपने एक्सपेंडिचर्स ने वो इंक्रीज किते ने, स्पेंडिंग इंक्रीज की, ब्रिज बनाए ने, रोड बनाए ने, कम्युनिकेशन हो गया, ट्रांसपोर्ट हो गया, इलैक्ट्रिसिटी हो गया, एजुकेशन हो गया, हेल्थ फैसिलिटीज हो गया, ठीक है, इन्हां सब ते ज्यादा खर्चा किया है। तो फिर की होएगा अपनी जी एग्रीगेट डिमांड है तो ये गवर्नमेंट ने टैक्सेस वगैरह भी रिड्यूस किए हैं, जिन्हें थ्रू एग्रीगेट डिमांड की है इंक्रीज हो जाएगी क्योंकि डिस्पोजल इनकम इंक्रीज हो गया। एग्रीगेट डिमांड इंक्रीज होके AD1 तो कितनी हो जाएगी AD2 हो जाएगी। पहला E1 ते इक्विलिब्रियम सी, हुण न्यू इक्विलिब्रियम किया E2 ते हो जाएगा। तो E2 दे विच कहंदे किया जेड़ा प्राइस है वो P2 है एंड जेड़ी आउटपुट है वो OY1 है। प्राइस इंक्रीज होके P1 तो P2 एंड दूसरी तरफ एग्रीगेट सप्लाई आउटपुट भी इंक्रीज होके कितनी हो जाएगी Y0 तो Y1 हो जाएगी, क्योंकि एक्सपेंशनरी मॉनेटरी पॉलिसी दे विच कहंदे फिजिकल पॉलिसी दे विच कहंदे किया मनी दी सप्लाई ज्यादा होने करके जेडी अपनी इन्वेस्टमेंट है वो भी की होएगी इंक्रीज होएगी, क्योंकि काफी सारी फैसिलिटीज पे जरिया प्रोड्यूसर सैक्टर्स ਨੂੰ गवर्नमेंट ਦੇ ਥਰੂ ਮਿਲ ਰਹੀਆਂ ਨੇ। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਰਸਟ ਡਾਇਗਰਾਮ ਦੇ ਵਿੱਚ ਜੋ ਹੈ ਆਪਣਾ ਪ੍ਰਾਈਸ ਦੇ ਵਿੱਚ ਚੇਂਜ ਕਿੰਨਾ ਹੈ ਐਕਸਪੈਂਸ਼ਨਰੀ ਫਿਜ਼ੀਕਲ ਪਾਲਿਸੀ ਦੇ ਥਰੂ, ਜਿਹਦੇ ਥਰੂ ਐਗਰੀਗੇਟ ਡਿਮਾਂਡ ਇੰਕਰੀਜ਼ ਹੋਈ ਆ। ਪ੍ਰਾਈਸ ਦੇ ਵਿੱਚ ਚੇਂਜ P1 ਤੋਂ P2 ਹੈ, ਲੇਕਿਨ ਜਿਹੜੀ ਆਊਟਪੁੱਟ ਹੈ ਉਹਦੇ ਵਿੱਚ ਚੇਂਜ ਜ਼ਿਆਦਾ ਹੈ। ਆਊਟਪੁੱਟ ਕਿੰਨੀ ਹੈ Y0 ਤੋਂ Y1 ਹੈ। ਇਸ ਪ੍ਰਾਈਸ ਦੇ ਵਿੱਚ ਘੱਟ ਚੇਂਜ ਹੋਇਆ ਹੈ, ਆਊਟਪੁੱਟ ਦੇ ਵਿੱਚ ਜ਼ਿਆਦਾ ਚੇਂਜ ਹੋਇਆ। ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿੰਨੀ ਐਗਰੀਗੇਟ ਡਿਮਾਂਡ ਵਧੀ ਹੈ ਸਪਲਾਈ ਵੀ ਉਨੀ ਹੀ ਵਧੀ ਹੈ, ਸਪਲਾਈ ਦੇ ਵਿੱਚ ਵੀ ਚੇਂਜ ਹੋਇਆ ਹੈ। ਸਪਲਾਈ ਦੇ ਵਿੱਚ ਚੇਂਜ ਪ੍ਰਾਈਸ ਦੇ ਨਾਲੋਂ ਜ਼ਿਆਦਾ ਹੋਇਆ ਹੈ ਤੇ ਪ੍ਰਾਈਸ ਦੇ ਵਿੱਚ ਘੱਟ ਚੇਂਜ ਹੋਇਆ ਹੈ। ਦੂਸਰੀ ਤਰਫ ਪੈਨਲ ਬੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆਪਣੀ aggregate demand दिखाई है, initial aggregate demand this is the AD1 and initial aggregate supply this is the E1। जिथे E1 पॉइंट इंटरसेक्ट कर रहे हैं तो E1 is the equilibrium point जो प्राइस इक्विलिब्रियम दस रहा है P1 एंड आउटपुट दस रहा OY0। ਤੇ ਉਸ ਤੋਂ ਬਾਅਦ ਐਕਸਪੈਂਸ਼ਨਰੀ ਪਾਲਿਸੀ ਦੇ ਥਰੂ ਅਗਰ ਐਗਰੀਗੇਟ ਡਿਮਾਂਡ ਇਨਕਰੀਜ਼ ਹੁੰਦੀ ਆ, ਐਗਰੀਗੇਟ ਡਿਮਾਂਡ ਇਨਕਰੀਜ਼ ਹੋ ਕੇ ਰਾਈਟਵਰਡ ਸ਼ਿਫਟ ਹੁੰਦੀ ਆ AD1 ਤੋਂ AD2
न्यू इक्विलिब्रियम बनता, दैट इज द E2। E2 इज द न्यू इक्विलिब्रियम जो की शो कर रहा है इक्विलिब्रियम प्राइस इंक्रीज होके कितना हो गया P1 तो P2 हो गया एंड इक्विलिब्रियम आउटपुट इंक्रीज होके Y0 तो कितनी होगी Y1 होगी। तो ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਹੈ ਆਪਣੀ ਆਊਟਪੁੱਟ ਐਕਸਪੈਂਸ਼ਨਰੀ ਪਾਲਿਸੀ ਦੇ ਥਰੂ ਉਹਦੇ ਵਿੱਚ ਘੱਟ ਚੇਂਜ ਹੋਇਆ ਹੈ, ਲੇਕਿਨ ਜਿਹੜੀ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਇੰਕਰੀਜ਼ ਹੋ ਗਈ ਹੈ ਕਿਉਂਕਿ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਹੈ ਹਜੇ ਵੀ ਕਿਤੇ ਨਾ ਕਿਤੇ ਕੀ ਹੈ ਐਗਰੀਗੇਟ ਸਪਲਾਈ ਤੋਂ ਜ਼ਿਆਦਾ ਹੈ, ਜਿਹਦੇ ਕਰਕੇ ਪ੍ਰਾਈਸਿਸ ਹਾਈ ਹੋ ਰਹੇ ਨੇ, प्रोडक्शन एनी ज्यादा नहीं हो रही। ठीक है, प्रोडक्शन काट Y0 तो Y1 एंड जी आउट प्राइस है वो ज्यादा इंक्रीज हो रही है P1 तो P2। दिस इज द इफेक्ट ऑफ मॉनेटरी एंड फिजिकल पॉलिसी। ठीक है, जिहदे थ्रू एग्रीगेट डिमांड है जी इंक्रीज एंड डिक्रीज होएगी। इसी तरह सेम फिजिकल पॉलिसी के थ्रू भी मॉनेटरी पॉलिसी के थ्रू भी अगर मनी की सप्लाई ज़्यादा होएगी तो एग्रीगेट डिमांड इंक्रीज होएगी। एग्रीगेट डिमांड इंक्रीज होके AD1 तो AD2 ਤੇ ਚਲੇ ਜਾਏਗੀ, ਜਿਹਦੇ ਥਰੂ ਨਿਊ ਇਕੁਇਲਿਬ੍ਰੀਅਮ ਬਣੇਗਾ E1 ਤੋਂ E2 ਜੋ ਦੋਨੇ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ। ਤਾਂ ਇਹਦੇ ਵਿੱਚ ਫਰਸਟ ਡਾਇਗਰਾਮ ਦੇ ਵਿੱਚ ਕੀ ਆ ਮਨੀ ਦੀ ਸਪਲਾਈ ਇੰਕਰੀਜ਼ ਹੋਣ ਦੇ ਨਾਲ ਇਨਕਮ ਜਿਹੜੀ ਆਊਟਪੁੱਟ ਹੈ ਇਨਵੈਸਟਮੈਂਟ ਵੀ ਇੰਕਰੀਜ਼ ਹੋਈ ਹੈ, ਆਊਟਪੁੱਟ ਵੀ ਇੰਕਰੀਜ਼ ਹੋ ਰਹੀ ਹੈ। एग्रीगेट डिमांड इंक्रीज होने नाल लेकिन प्राइसेस भी इंक्रीज हो रही है, लेकिन प्राइसेस दे विच इंक्रीज दे नालों आउटपुट ज़्यादा इंक्रीज हो रही है। एंड दूसरी तरफ पैनल बी दे विच किया अपनी मनी की सप्लाई इंक्रीज होने दे नाल किया एग्रीगेट डिमांड इंक्रीज होके AD तो AD2 होगी, न्यू पॉइंट E1 तो शिफ्ट हो गए E2 के चले गया, प्राइसेस दे विच इंक्रीज हो गए P1 तो P2 एंड आउटपुट दे विच इंक्रीज Y0 तो Y1। लेकिन सैकेंड डायग्राम ਦੇ ਵਿੱਚ ਸਾਨੂੰ ਪਤਾ ਲੱਗਾ ਕਿ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਇੰਕਰੀਜ਼ ਹੋਈ ਆ ਉਹਦਾ ਆਊਟਪੁੱਟ ਤੇ ਘੱਟ ਇਫੈਕਟ ਪੈ ਰਿਹਾ, ਲੇਕਿਨ ਪ੍ਰਾਈਸ ਤੇ ਜ਼ਿਆਦਾ ਇਫੈਕਟ ਪੈ ਰਿਹਾ। ਐਗਰੀਗੇਟ ਆਊਟਪੁੱਟ ਜਦਕਿ Y0 ਤੋਂ Y1 ਹੋਈ ਹੈ, ਲੇਕਿਨ ਪ੍ਰਾਈਸ ਬਹੁਤ ਜ਼ਿਆਦਾ ਇੰਕਰੀਜ਼ ਹੋ ਗਿਆ। ਐਗਰੀਗੇਟ ਡਿਮਾਂਡ ਇੰਕਰੀਜ਼ ਹੋਣ ਦੇ ਨਾਲ P1 ਤੋਂ P2 ਹੋ ਗਿਆ, ਜਿਹਦੇ ਕਰਕੇ ਇਨਫਲੇਸ਼ਨ ਹੋਏਗਾ। ਤਾਂ ਇਸ ਤਰ੍ਹਾਂ ਜਿਹੜੀ ਆਪਣੀ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਆ ਉਹ ਚੇਂਜ ਹੋਏਗੀ ਡਿਊ ਟੂ ਮੋਨੇਟਰੀ ਐਂਡ ਫਿਜ਼ੀਕਲ ਪਾਲਿਸੀ। ਐਂਡ ਉਸ ਤੋਂ ਬਾਅਦ ਨੈਕਸਟ ਹੈ ਆਪਣਾ केस स्टडीज। ਆਪਾਂ ਹੁਣ ਇੱਥੇ ਜਿਹੜੀ ਹੈ ਸਪਲਾਈ ਸ਼ੌਕ ਐਂਡ ਜਿਹੜੀ ਹੈ ਡਿਮਾਂਡ ਸ਼ੌਕ ਇਹਨਾਂ ਦੋਨਾਂ ਡਾਇਗਰਾਮਸ ਦੀ ਗੱਲ ਕਰਾਂਗੇ ਤੇ ਦੋਨਾਂ ਨੂੰ ਦੇਖਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖੀਏ ਸਪਲਾਈ ਸ਼ੌਕ। ਵਾਟ ਇਜ਼ ਸਪਲਾਈ ਸ਼ੌਕ? ਤਾਂ ਤੁਸੀਂ ਦੇਖ ਸਕਦੇ ਹੋ ਸਪਲਾਈ ਸ਼ੌਕ ਕੀ ਹੁੰਦਾ। ਸਭ ਤੋਂ ਪਹਿਲਾਂ ਇਹ ਦੇਖਦੇ ਆ ਜਿਵੇਂ ਕਿ ਪਾਸਟ 40 ਇਅਰਸ ਤੋਂ ਆਪਾਂ ਦੇਖ ਰਹੇ ਹਾਂ ਗਲੋਬਲ ਮਾਰਕੀਟਸ ਦੇ ਵਿੱਚ ਜਿਹੜੀ ਆਪਣੀ ਸਪਲਾਈ ਹੈ ਉਹ ਲਗਾਤਾਰ ਡਿਕਰੀਜ਼ ਹੋ ਰਹੀ ਹੈ। ਜਿਵੇਂ ਕਿ ਕ੍ਰੂਡ ਆਇਲਸ ਨੇ, क्रूड ऑयल्स ने जिन्होंने जी डिमांड है ये लगातार बढ़ती जा रही है, लेकिन जी सप्लाई है ये दिन पर दिन डिक्रीज हो रही है, प्राइसेस बहुत ज़्यादा हाई हो रहे हैं। जी ऑयल क्राइसिस ने वो इंक्रीज हो रहे हैं। जी शार्प राइज इन द कॉस्ट ऑफ प्रोडक्शन ऑफ दीज प्रोडक्ट्स ड्यूरिंग टू ऑयल क्राइसिस, प्रोडक्शन भी इंक्रीज हो रही है। मैनी कंट्रीज आर डिपेंडेंट ऑन इंपोर्ट ऑफ क्रूड ऑयल्स। मोस्टली कहते कई कंट्रीज ऐदा दी ने ਜਿਹੜੀਆਂ क्रूड ऑयल ਨੂੰ ਇੰਪੋਰਟ ਕਰਦੀਆਂ ਨੇ, ਉਹਨਾਂ ਦੀ ਆਪਣੀ ਕੰਟਰੀ ਦੇ ਵਿੱਚ क्रूड ऑयल ਨਹੀਂ ਹੈਗਾ, ਇਹਦੇ ਕਰਕੇ ਆਇਲ ਕ੍ਰਾਈਸਿਸ ਦੀ ਪ੍ਰੋਬਲਮ ਆ ਰਹੀ ਹੈ, ਪ੍ਰਾਈਸਿਸ ਹਾਈ ਹੋ ਰਹੇ ਨੇ, ਬੈਲੈਂਸ ਆਫ ਪੇਮੈਂਟ ਆ ਜਿਹੜਾ ਉਹ ਅਨਫੇਵਰੇਬਲ ਜਾ ਰਿਹਾ ਹੈ। ਠੀਕ ਹੈ, ਕਹਿੰਦੇ ਇਹ ਸ਼ੌਕ ਨੇ ਇਹਨੂੰ ਆਪਾਂ ਸਪਲਾਈ ਸ਼ੌਕ ਕਹਿੰਦੇ ਆ। ਸਪਲਾਈ ਸ਼ੌਕ ਡਿਊ oil crisis or similar circumstances has been difficult to manage for monetary policy। कहते monetary market ਦੇ ਵਿੱਚ ਕਹਿੰਦੇ ਇਹਨਾਂ crisis ਨੂੰ handle ਕਰਨਾ ਬਹੁਤ ਔਖਾ ਹੈ। ਕਹਿੰਦੇ ਇਕਨੋਮੀ ਮੰਨ ਲਓ ਆਪਰੇਟ ਕਰਦੀ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਉਹ ਐਕਸਿਸ ਤੇ आउटपुट एंड इनकम लीती हुई है, ओ वाई पे प्राइसिस लेवल लिता हुआ है। तो एग्रीगेट डिमांड कब की है AD1 की क्रूड ऑयल की जी डिमांड है वो AD1 की हो रही है एंड सप्लाई की है क्रूड ऑयल की AS1 की है। तो इक्विलिब्रियम की पोजीशन कितनी कितने है E1 पे, जिथे प्राइसिस कितना है OP1 एंड जी आउटपुट है दैट इज अ Y1। ਤਾਂ ਫਿਰ ਤੁਸੀਂ ਲੈਟ ਅਸ ਅਸਿਊਮ ਮੰਨ ਲਓ ਕਹਿੰਦੇ ਸਪਲਾਈ ਸ਼ੌਕ ਇਜ਼ ਇਨਕਾਊਂਟਰਡ ਬਾਈ ਦ ਇਕਨੋਮੀ, ਇਟ ਵਿਲ ਸ਼ਿਫਟ ਟੂ ਦ AS ਕਰਵ ਫਰਮ ਦ AS0 AS0 ਤੇ ਸ਼ਿਫਟ ਹੋ ਜਾਏਗੀ। ਮੰਨ ਲਓ ਕਹਿੰਦੇ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਡਿਕਰੀਜ਼ ਹੋਗੀ क्रूड ऑयल ਦੀ, ਤਾਂ ਐਗਰੀਗੇਟ ਸਪਲਾਈ ਕਰਵ ਹੈ ਜਿਹੜੀ ਉਹ ਲੈਫਟਵਰਡ ਸ਼ਿਫਟ ਹੋ ਜਾਏਗੀ, AS1 ਤੋਂ AS0 ਤੇ ਚਲੀ ਜਾਏਗੀ। AS0 is the new ਜਿਹੜੀ ਹੈ ਸਪਲਾਈ ਕਰਵ ਜੋ ਡਿਕਰੀਜ਼ ਇਨ ਸਪਲਾਈ ਦੱਸ ਰਹੀ ਹੈ। ਤਾਂ ਇਹ ਕੀ ਆਪਣੇ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਵੀ ਚੇਂਜ ਹੋਏਗੀ, ਪਹਿਲਾਂ E1 ਤੇ ਇਕੁਇਲਿਬ੍ਰੀਅਮ ਸੀ, ਹੁਣ E2 ਤੇ ਇਕੁਇਲਿਬ੍ਰੀਅਮ ਹੋਏਗਾ। ठीक है, तो E2 की शो कर रहे हैं न्यू इक्विलिब्रियम प्राइस दैट इज अ P2 एंड इक्विलिब्रियम आउटपुट दैट इज अ Y1। तो इत्थे की है गुड्स की सप्लाई उन्नी ही है, लेकिन की है जी प्राइस अपनी इनक्रीज होगी।
कि तो ਤੁਸੀਂ ਇੱਥੇ ਦੇਖ ਸਕਦੇ ਹੋ ਕਿ ਐਗਰੀਗੇਟ ਡਿਮਾਂਡ ਜਿਹੜੀ ਹੈ ਆਪਣੀ AD1 ਹੈ। ਅਗਰ ਐਗਰੀਗੇਟ ਡਿਮਾਂਡ AD1 ਹੈ ਤਾਂ E1 ਡੈਸ਼ ਇਜ਼ ਦਾ ਨਿਊ ਇਕੁਇਲਿਬ੍ਰੀਅਮ ਪੁਆਇੰਟ ਜੋ ਪ੍ਰਾਈਸ ਦੇ ਵਿੱਚ ਇਨਕਰੀਜ਼ ਕਿੰਨਾ ਦੱਸ ਰਿਹਾ P1 ਤੋਂ P1 ਡੈਸ਼ ਐਂਡ ਜਿਹੜੀ ਆਪਣੀ ਆਊਟਪੁੱਟ ਹੈ ਇਹ ਕੀ ਡਿਕਰੀਜ਼ ਹੋਗੀ Y1 ਤੋਂ Y1 ਡੈਸ਼ ਹੋਗੀ। ਠੀਕ ਹੈ ਕਹਿੰਦੇ ਅਗਰ ਕਹਿੰਦੇ ਜਿਹੜੀ ਹੈ केस ऑफ सप्लाई शॉक ਦੇ ਵਿੱਚ ਕਹਿੰਦੇ ਇਨਫਲੇਸ਼ਨ ਹੋ ਗਿਆ ਸਪਲਾਈ ਸਾਈਡ ਇਨਫਲੇਸ਼ਨ ਹੋ ਗਿਆ ਵੀ ਸਪਲਾਈ ਡਿਕਰੀਜ਼ ਹੋਗੀ ਤਦ ਕਹਿੰਦੇ ਮੋਨਟਰੀ ਪਾਲਿਸੀ ਕੀ ਵਰਕ ਕरेगी मॉनेटरी पॉलिसी द एग्रीगेट डिमांड विल नॉट शिफ्ट मॉनेटरी पॉलिसी हेल्प करेगी कि किस तरह जी है सप्लाई है इनू इंक्रीज किया जा सके किस तरह एक्सपेंशनरी पॉलिसी अगर मॉनेटरी पॉलिसी के थ्रू एक्सपेंशनरी पॉलिसी अपनाई जा रही है तब की जी अपनी एग्रीगेट डिमांड है वो भी इंक्रीज होएगी मनी की सप्लाई अगर इंक्रीज होगी AD1 तो AD2 हो जाएगी तो E2 पॉइंट पे आप पहुंच जाएंगे जिसके थ्रू की अपनी सप्लाई फिर तो इंक्रीज होएगी क्योंकि इन्वेस्टमेंट भी इंक्रीज होएगी Y1 स्टार तो Y1 एंड अपनी नाल दी नाल प्राइसेस भी इंक्रीज होंगे P1 P-1 तो P2 हो जाएंगे। ठीक है एग्रीगेट सप्लाई ਦੇ ਵਿੱਚ ਡਿਕਰੀਜ਼ ਤੇ ਐਗਰੀਗੇਟ ਡਿਮਾਂਡ ਦੇ ਵਿੱਚੋਂ ਇਨਕਰੀਜ਼ ਨੂੰ ਦਿਖਾ ਰਹੀ ਹੈ ਤਾਂ ਮੈਂ ਕੀ ਕਹਿੰਦੇ ਆਪਾਂ ਸਪਲਾਈ ਸ਼ੌਕ ਕਹਿੰਦੇ ਆ ਐਂਡ ਦੂਸਰੀ ਤਰਫ ਕੀ ਆਪਣਾ ਡਿਮਾਂਡ ਸ਼ੌਕ ਤਾਂ ਡਿਮਾਂਡ ਸ਼ੌਕ ਕਹਿੰਦੇ ਕੀ ਹੁੰਦਾ ਡਿਮਾਂਡ ਸ਼ੌਕ ਕੁਡ ਆਈਦਰ ਬੀ ਪੋਜ਼ਿਟਿਵ ਔਰ ਨੈਗੇਟਿਵ ਜਿਹੜਾ ਡਿਮਾਂਡ ਸ਼ੌਕ ਹੈ ਪੋਜ਼ਿਟਿਵ ਵੀ ਹੋ ਸਕਦਾ ਹੈ ਤੇ ਹੀ ਨੈਗੇਟਿਵ ਵੀ ਹੋ ਸਕਦਾ ਹੈ ਤਾਂ ਪੋਜ਼ਿਟਿਵ ਡਿਮਾਂਡ ਸ਼ੌਕ ਕੀ ਹੁੰਦਾ ਹੈ ਐਗਜ਼ਾਮਪਲ ਆਫ ਪੋਜ਼ਿਟਿਵ ਡਿਮਾਂਡ ਸ਼ੌਕ ਆਰ ਟੈਕਸ ਕਟਸ ਪੋਜ਼ਿਟਿਵ ਡਿਮਾਂਡ ਸ਼ੌਕ ਉਦੋਂ ਹੋਏਗਾ ਜਦੋਂ ਕਹਿੰਦੇ ਟੈਕਸਿਸ ਵਗੈਰਾ ਨੇ ਰਿਡਿਊਸ ਹੁੰਦੇ ਨੇ ਰੇਟ ਆਫ ਇੰਟਰਸਟ ਰਿਡਿਊਸ ਹੁੰਦਾ ਹੈ ਠੀਕ ਹੈ ਗਵਰਨਮੈਂਟ ਜਿਹੜਾ ਸਟਿਮੂਲੇਟਸ ਪੈਕੇਜ ਦਾ ਯੂਜ਼ ਕਰਦੀ ਹੈ ਗਵਰਨਮੈਂਟ ਐਕਸਪੈਂਡੀਚਰ ਵੱਧਦੇ ਨੇ ਤਾਂ ਜਦੋਂ ਕੀ ਹੁੰਦਾ ਪੋਜ਼ਿਟਿਵ ਜਿਹੜਾ ਡਿਮਾਂਡ ਸ਼ੌਕ ਹੈ ਮੀਨਸ ਆਪਣੀ ਜਿਹੜੀ ਡਿਮਾਂਡ ਆ ਉਹ ਇਨਕਰੀਜ਼ ਹੁੰਦੀ ਆ ਐਂਡ ਨੈਗੇਟਿਵ ਡਿਮਾਂਡ ਸ਼ੌਕ ਆਰ ਨੈਚੁਰਲ ਨੈਗੇਟਿਵ ਡਿਮਾਂਡ ਸ਼ੌਕ ਉਦੋਂ ਹੁੰਦਾ ਹੈ ਜਦੋਂ ਨੈਚੁਰਲ ਰੀਜ਼ਨਸ ਕਰਕੇ ਡਿਮਾਂਡ ਘਟ ਜਾਂਦੀ ਹੈ ਜਿਵੇਂ ਕਿ ਡਿਜ਼ਾਸਟਰਸ ਹੋ ਗਏ ਟੋਟਲ ਮਾਰਕੀਟ ਕ੍ਰੈਸ਼ ਹੋ ਗਿਆ ਠੀਕ ਹੈ ਪੋਜ਼ਿਟਿਵ ਡਿਮਾਂਡ ਸ਼ੌਕ ਦੇ ਵਿੱਚ ਜਿਹੜੀ ਆਪਣੀ AD ਕਰਵ ਹੈ ਉਹ ਅਪਵਰਡ ਸ਼ਿਫਟ ਹੋਏਗੀ ਰਾਈਟਵਰਡ ਸ਼ਿਫਟ ਹੋਏਗੀ ਐਂਡ ਨੈਗੇਟਿਵ ਡਿਮਾਂਡ ਕਰਵ ਦੇ ਸ਼ੌਕ ਦੇ ਵਿੱਚ ਆਪਣੀ ਜਿਹੜੀ ਡਿਮਾਂਡ ਕਰਵ ਹੈ ਲੈਫਟਵਰਡ ਤੇ ਡਾਊਨਵਰਡ ਸ਼ਿਫਟ ਹੋਏਗੀ ਠੀਕ ਹੈ ਤਾਂ ਇਹ ਬਹੁਤ ਆਪਾਂ ਇਨਕਰੀਜ਼ ਐਂਡ ਡਿਕਰੀਜ਼ ਇਨ ਡਿਮਾਂਡ ਕਰਵ ਦੇਖ ਸਕਦੇ ਹਾਂ ਆਪਣੀ ਡਾਇਗਰਾਮ ਦੇ ਵਿੱਚ ਜਿਹਦੇ ਵਿੱਚ ਨੈਗੇਟਿਵ ਐਂਡ ਜਿਹੜੀ ਹੈ ਪੋਜ਼ਿਟਿਵ ਸ਼ੌਕਸ ਦੀ ਗੱਲ ਕੀਤੀ ਗਈ ਆ ਤਾਂ ਇਸ ਡਾਇਗਰਾਮ ਦੇ ਵਿੱਚ ਕਹਿੰਦੇ ਟੂ ਸੈਗਮੈਂਟਸ ਦੇ ਵਿੱਚ ਜਿਹੜੀ ਆਪਣੀ AS ਕਰਵ ਹੈ ਇਹਨੂੰ ਡਿਵਾਈਡ ਕੀਤਾ ਹੋਇਆ ਹੈ ਕਹਿੰਦੇ ਕਿਉਂਕਿ ਇਕਨੋਮੀ ਦੇ ਵਿੱਚ ਕਹਿੰਦੇ ਜਿਹੜੀ AS ਕਰਵ ਹੈ ਉਹ 3 ਪਾਰਟਸ ਦੇ ਵਿੱਚ ਆਪਰੇਟ ਕਰਦੀ ਹੈ ਐਗਰੀਗੇਟ ਸਪਲਾਈ ਜਿਵੇਂ ਕਿ ਸ਼ਾਰਟ ਰਨ ਹੋ ਗਿਆ ਆਪਣਾ ਮੀਡੀਅਮ ਰਨ ਹੋ ਗਿਆ ਐਂਡ ਲੌਂਗ ਰਨ ਹੋ ਗਿਆ ਤੇ ਇਹਨਾਂ ਦੇ ਵਿੱਚ ਜਿਹੜੀ ਪ੍ਰਾਈਸ ਹੈ ਤੇ ਸਪਲਾਈ ਉਹ ਵੀ ਕੀ ਡਿਫਰੈਂਟ ਰਹੇਗੀ ਜਿਸ ਵਿੱਚ ਕੇਨਜ਼ੀਅਨ ਵਿਊ ਐਂਡ ਕਲਾਸੀਕਲ ਵਿਊ ਐਂਡ ਮੀਡੀਅਮ ਟਰਮ ਦੀ ਗੱਲ ਕੀਤੀ ਗਈ ਆ ਤਾਂ ਇਹਦੇ ਵਿੱਚ ਆਪਾਂ ਡਿਮਾਂਡ ਸ਼ੌਕ ਤੇ ਜਿਹੜਾ ਹੈ ਸਸਟੇਨਡ ਇਨਫਲੇਸ਼ਨ ਦੀ ਗੱਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈ ਇਨਫਲੇਸ਼ਨ ਇਨਕਰੀਜ਼ ਹੋਏਗਾ ਕਿਸ ਤਰ੍ਹਾਂ ਕੀ ਹੈ ਡਿਫਲੇਸ਼ਨ ਹੋਏਗਾ ਤਾਂ ਇਸ ਦੇ ਵਿੱਚ ਉਹ ਐਕਸਿਸ ਤੇ ਇਨਕਮ ਐਂਡ ਆਊਟਪੁੱਟ ਦਿਖਾਈ ਹੋਈ ਹੈ ਤੇ ਉਹ ਵਾਈ ਤੇ ਕੀ ਆ ਪ੍ਰਾਈਸ ਲੈਵਲ ਦਿਖਾਇਆ ਹੋਇਆ ਹੈ ਜਿਹੜੀ ਐਗਰੀਗੇਟ ਸਪਲਾਈ ਕਰਵ ਹੈ ਦੈਟ ਇਜ਼ ਆ AS ਤੇ ਜਿਹੜੀ AD ਕਰਵਸ ਨੇ ਕਿਨੇ ਐਗਰੀਗੇਟ ਡਿਮਾਂਡ ਕਰਵਸ ਨੇ ਤਾਂ ਇਹਨਾਂ ਦੇ ਵਿੱਚ ਆਪਾਂ ਸਪਲਾਈ ਜਿਹੜੀ ਡਿਮਾਂਡ ਸ਼ੌਕ ਦੀ ਕੀ ਆ ਗੱਲ ਕਰਾਂਗੇ ਡਿਮਾਂਡ ਪੁੱਲ ਇਨਫਲੇਸ਼ਨ ਦੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਕੀ ਆ ਜਿਹੜਾ ਆਪਣਾ AS 3 ਸੈਗਮੈਂਟਸ ਦੇ ਵਿੱਚ ਹੈ ਇੱਕ ਦੇ ਵਿੱਚ ਆਪਣਾ ਜਿਹੜਾ ਹੈ AS ਵਰਟੀਕਲ ਹੈ ਠੀਕ ਹੈ ਇੱਕ ਦੇ ਵਿੱਚ AS ਆਪਣਾ ਲੈਫਟ ਰਾਈਟ ਅਪਵਰਡ ਹੈ ਇੱਕ ਦੇ ਵਿੱਚ ਆਪਣਾ ਕੀ ਹੈ AS ਕੀ ਆ ਆਪਣਾ हॉरिजॉन्टल है तो सब तो पहला AS हॉरिजॉन्टल है तो उस तो बाद पहला AS की अपना इंक्रीज हो रहा मान लो अपनी जी एग्रीगेट डिमांड कितनी है AD1 है एग्रीगेट इनिशियल एग्रीगेट डिमांड AD1 है जिथे जो प्राइस है वो P1 फिक्स होया है एंड जी अपनी आउटपुट है दैट इज अ Y1 ठीक है अगर कहते एग्रीगेट डिमांड इंक्रीज हो जाती मीन एक्सपेंशनरी पॉलिसी है पॉजिटिव डिमांड शॉक है पॉजिटिव डिमांड शॉक उदो होएगा जो अपनी जी डिमांड आ वो इंक्रीज होएगी ड्यू टू रेट ऑफ इंटरस्ट घटन दे करके मनी सप्लाई इंक्रीज होगी या फिर गवर्नमेंट एक्सपेंडिचर्स इंक्रीज हो गए या फिर टैक्स गवर्नमेंट के थ्रू रिड्यूस हो गया तो डिस्पोजल इनकम ज्यादा होएगी जिसके थ्रू एग्रीगेट डिमांड इंक्रीज होके कितने चले जाएगी अपनी राइट साइड शिफ्ट होएगी पॉजिटिव डिमांड शॉक होएगा AD1 तो कर्व राइट साइड ऊपर चले जाएगी AD2 ते चले जाएगी तो दिस इज द न्यू डिमांड कर्व जो AD2 की दस रही है इंक्रीज इन डिमांड दस रही है AD1 टू AD2 ਤਾਂ ਇਹਦੇ ਥਰੂ ਨਿਊ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਹੈ ਕਿ ਜਿਹਦੇ ਥਰੂ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋਏਗਾ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋ ਕੇ P1 ਤੋਂ ਕਿੰਨਾ ਹੋ ਗਿਆ P2 ਹੋ ਗਿਆ ਐਂਡ ਜਿਹੜੀ ਆਊਟਪੁੱਟ ਹੈ ਉਹਦੇ ਵਿੱਚ ਇਨਕਰੀਜ਼ Y1 ਤੋਂ Y2 ਹੋ ਗਿਆ ਹੁਣ ਕਹਿੰਦੇ AD1 ਤੋਂ ਜਦੋਂ AD2 ਤੇ ਡਿਮਾਂਡ ਕਰਵ ਸ਼ਿਫਟ ਹੋਈ ਹੈ ਤਾਂ ਇਹਦੇ ਥਰੂ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਜ਼ਿਆਦਾ ਹੈ
ਤੇ ਜਿਹੜੀ ਆਊਟਪੁੱਟ ਹੈ ਉਹਦੇ ਵਿੱਚ ਇਨਕਰੀਜ਼ ਘੱਟ ਹੈ y1 ਤੋਂ y2 ਹੈ, ਦਿਸ ਇਜ਼ ਅ ਮੀਡੀਅਮ ਰਨ। ਐਂਡ ਉਸ ਤੋਂ ਬਾਅਦ ਅਗਰ ਹੋਰ ਐਗਰੀਗੇਟ ਡਿਮਾਂਡ ਇੰਕਰੀਜ਼ ਹੋ ਜਾਂਦੀ ਹੈ AD2 ਤੋਂ AD3 ਤਾਂ ਆਪਣੀ ਡਿਮਾਂਡ ਕਰਵ ਰਾਈਟ ਸਾਈਡ ਹੋਰ ਸ਼ਿਫਟ ਹੋ ਜਾਏਗੀ, ਜੋ ਉੱਥੇ ਕੀ ਆਪਣੀ ਜਿਹੜੀ AS ਕਰਵ ਹੈ ਦਿਸ ਇਜ਼ ਅ ਵਰਟੀਕਲ। ਐਗਰੀਗੇਟ ਸਪਲਾਈ ਦੇ ਵਿੱਚ ਕੋਈ ਵੀ ਇਨਕਰੀਜ਼ ਨਹੀਂ ਹੋ ਰਿਹਾ, ਸਿਰਫ ਐਗਰੀਗੇਟ ਡਿਮਾਂਡ ਇੰਕਰੀਜ਼ ਹੋ ਰਹੀ ਹੈ, ਤੇ ਇਹਦੇ ਥਰੂ ਕੀ ਹੈ ਸਿਰਫ ਪ੍ਰਾਈਸਿਸ ਹੀ ਇੰਕਰੀਜ਼ ਹੋਣਗੇ, ਪ੍ਰਾਈਸਿਸ P2 ਤੋਂ ਇੰਕਰੀਜ਼ ਹੋ ਕੇ P3 ਹੋ ਜਾਏਗਾ। ਦਿਸ ਇਜ਼ ਦਾ ਡਿਮਾਂਡ ਪੁਲ ਇਨਫਲੇਸ਼ਨ, ਕਿ ਡਿਮਾਂਡ ਇੰਕਰੀਜ਼ ਹੋਣ ਦੇ ਕਰਕੇ ਜਿਹੜੀ ਪ੍ਰਾਈਸਿਸ ਨੇ ਲਗਾਤਾਰ ਇੰਕਰੀਜ਼ ਹੋ ਰਹੀਆਂ ਨੇ ਲੇਕਿਨ ਸਪਲਾਈ ਕੀ ਆ ਕਾਂਸਟੈਂਟ ਹੈ। ਅਗਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਡਿਕਰੀਜ਼ ਇਨ ਐਗਰੀਗੇਟ ਡਿਮਾਂਡ, ਮੀਨਸ ਜਿਹਨੂੰ ਆਪਾਂ ਨੈਗੇਟਿਵ ਡਿਮਾਂਡ ਸ਼ੌਕ ਕਹਿੰਦੇ ਆ, ਤਾਂ ਉਹਦੇ ਵਿੱਚ ਅਗਰ ਆਪਣੀ ਇਨੀਸ਼ੀਅਲ ਜਿਹੜੀ ਡਿਮਾਂਡ ਕਰਵ ਹੈ AD1 ਤਾਂ ਆਪਣੀ ਜਿਹੜੀ ਹੈ ਐਕਸਪੈਂਸਿਵ ਮੋਨੇਟਰੀ ਪਾਲਿਸੀ ਜਾਂ ਫਿਰ ਕੰਟਰਡਿਕਸ਼ਨਰੀ ਫਿਜ਼ੀਕਲ ਪਾਲਿਸੀ, ਉਹਦੇ ਥਰੂ ਮਨੀ ਦੀ ਸਪਲਾਈ ਘਟੇਗੀ, ਡਿਸਪੋਜ਼ਲ ਇਨਕਮ ਘਟੇਗੀ, ਜਿਹਦੇ ਥਰੂ ਐਗਰੀਗੇਟ ਡਿਮਾਂਡ ਡਿਕਰੀਜ਼ ਹੋ ਕੇ AD1 ਤੋਂ AD0 ਹੋ ਜਾਏਗੀ, ਜਿਹਦੇ ਥਰੂ ਕੀ ਆ ਆਪਣੀ ਡਾਊਨਵਰਡ ਸ਼ਿਫਟ ਹੋ ਜਾਏਗੀ ਐਗਰੀਗੇਟ ਡਿਮਾਂਡ ਕਰਵ ਤੇ ਪ੍ਰਾਈਸਿਸ ਵੀ ਘਟ ਕੇ P1 ਤੋਂ P0 ਹੋ ਜਾਣਗੀਆਂ ਤੇ ਆਊਟਪੁੱਟ ਵੀ ਡਿਕਰੀਜ਼ ਹੋ ਕੇ Y1 ਤੋਂ Y0 ਹੋ ਜਾਏਗੀ, ਜਿਹਦੇ ਥਰੂ ਨੈਗੇਟਿਵ ਇਫੈਕਟ ਦੇਖਣ ਦੇ ਲਈ ਮਿਲਣਗੇ, ਡਿਫਲੇਸ਼ਨ ਦੇਖਣ ਦੇ ਲਈ ਮਿਲੇਗਾ, ਇਕਨੋਮੀ ਆਪਣੀ ਲੈਸ ਗਰੋ ਕਰੇਗੀ, ਲੈਸ ਪ੍ਰੋਡਕਸ਼ਨ ਕਰੇਗੀ, ਲੈਸ ਡਿਮਾਂਡ ਹੋਏਗੀ, ਲੈਸ ਐਗਰੀਗੇਟ ਸਪਲਾਈ ਹੋਏਗੀ ਤੇ ਪ੍ਰਾਈਸਿਸ ਵੀ ਲੈਸ ਹੋਣਗੀਆਂ। ਤਾਂ ਇਹ ਜਿਹੜੇ ਡਿਮਾਂਡ ਸ਼ੌਕ ਸੀਗੇ ਇਹਦੇ ਟੂ ਟਾਈਪਸ ਨੇ, ਪੋਜ਼ਿਟਿਵ ਐਂਡ ਨੈਗੇਟਿਵ। ਤੇ ਇਹ ਸੀ ਆਪਣਾ ਅੱਜ ਦਾ ਟੌਪਿਕ ਜੋ ਖਤਮ ਹੁੰਦਾ ਹੈ। ਧੰਨਵਾਦ।